तेरे कवन कवन गुण कह कह गावा, तू साहिब गुणी निधाना। तुमरी महिमा बरन ना सको, तू ठाकुर ऊच भगवाना। नारायण नरपत नमस्कार, ऐसे गुर को बल बल जाइए। आप मुकत मोहे तारे, ऐसे गुर को बल बल जाइए। आप मुकत मोहे तारे। परम सन्मानयोग जुगो जुग अटल चवर छतर तखत दे मालक, दसां पातशाहियां दी आत्मक जोत शब्द ब्रह्म सतगुरु साहिब श्री गुरु ग्रंथ साहिब महाराज जी दी पावन पवित्र गोद अंदर सवेर दे दीवाना दियां हाज़रियां भर रहे गुरमुख प्यारे गुरु सवारे सत संगी जनों वडभागे हो। साहिबां दी पावन गोद विच जुड़ बैठ करके अमृतमई पावन बाणी दा रस पीना कीर्तन श्रवण करदियां होइयां अपने जीवन दीयां अमोलक घड़ियां नूं सफल करन दा यतन कर रहे सी। अज दूजी पातशाही साहिब श्री गुरु अंगद देव महाराज जी का प्रकाश दिहाड़ा समुचे सिख पंथ अंदर बड़ी शरधा भावना के नाल मनाया जा रहा है। उस संबंध में आपां गुरमत विचारां सांझियां करनियां हन। आओ गुरमत विचारां दे नाल सांझ पाउण तो पहलां लवाइए गुरु चरणां दे विच हाजरी। गुरु बख्शी फतेह प्रवान करो जी। वाहिगुरु जी का खालसा, वाहिगुरु जी की फतेह। गुरु नानक देव महाराज जी की वडियाई करदियां होइयां सतगुरु अर्जन देव महाराज जी के बड़े प्यारे बोल ने। मैं मूर्ख की केतक बात है, कोट पराधी तरे हरे। कहते मेरे वर्गे मूर्ख करोड़ां अपराधी तर गए गुरु नानक देव महाराज जी की संगत करके। मैं मूर्ख की केतक बात है, कोट पराधी तरिया रे। तरे किवें, सियाणे किवें होए। गुरु नानक जिन सुनिया पेखिया, से फिर गर भास ना परिया रे। वो तर गए जिन्हां ने गुरु नानक नूं सुनिया, वो तर गए जिन्हां ने गुरु नानक नूं देखिया। भाई लहणा जी भी वो शख्सियत हैं। गुरु अंगद देव महाराज जी बनन तो पहला भाई लहणा जी ने गुरु नानक देव जी नूं भाई जोध जी दे राही सुनिया ते भाई शिया उपल जी के जीवन विचों करदार विचों गुरु नानक नूं वेखिया। तां गुरु अंगद बने। गुरु नानक देव जी के चरनां दे भोरे बन के सिੱਖੀ नूं उन्हां ने कमाया। किते सानू इस तरह गुरु नानक नूं देखना आ जाए, गुरु नानक नूं सुनना आ जाए, कई लहणे तैयार हो सकते हैं। मत्ते दी सरां दे विच त्रिहणां दा एक घर है, परिवार है, त्रिहण कुल है। उस घर के मुखी का नाम भाई फेरू जी है। भाई फेरू जी बड़े चंगे सुभाव के मालक ने, प्यार करने वाली रूह ने।
ਤੇ ਛੋਟੀ ਜੀ ਇੱਕ ਦੁਕਾਨ ਚਲਾਉਂਦੇ ਨੇ, ਨਾਲ ਸ਼ਾਹੂਕਾਰੇ ਦਾ ਕੰਮ ਵੀ ਕਰਦੇ ਨੇ। ਤੇ ਹਰ ਸਾਲ ਆਪਣੇ ਨਗਰ ਤੇ ਆਲੇ ਦੁਆਲੇ ਦੇ ਨਗਰ ਦੇ ਲੋਕ ਜਿਹੜੇ ਉਹਨਾਂ ਨੂੰ ਪਿਆਰ ਕਰਦੇ ਨੇ, ਉਹਨਾਂ ਨੇ ਇਹਨਾਂ ਦੇ ਸੋਹਣੇ ਪਿਆਰ ਵਾਲੇ ਸੁਭਾਅ ਨੂੰ, ਕਿਰਦਾਰ ਨੂੰ ਵੇਖ ਕੇ ਆਪਣੇ ਜਥੇ ਦਾ ਮੁਖੀ ਥਾਪ ਦਿੱਤਾ, ਜਥੇਦਾਰ ਬਣਾ ਦਿੱਤਾ। ਇਹ ਜਥਾ ਹਰ ਸਾਲ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਵਾਸਤੇ ਜਾਇਆ ਕਰਦਾ ਹੈ। ਤੇ ਭਾਈ ਫੇਰੂ ਜੀ ਦੇ ਪਰਿਵਾਰ ਵਿੱਚੋਂ, ਕੁੱਲ ਵਿੱਚੋਂ ਜੋ ਪਹਿਲੀਆਂ ਧਾਰਮਿਕ ਪਰੰਪਰਾਵਾਂ ਸਨ, ਜੋ ਰੀਤੀ ਰਿਵਾਜ ਸਨ, ਜੋ ਪਾਠ ਪੂਜਾ ਸੀ, ਉਸੇ ਰੀਤੀ ਅਨੁਸਾਰ ਉਹਨਾਂ ਪਰੰਪਰਾਵਾਂ ਨੂੰ ਆਪਣੇ ਜੀਵਨ ਦੇ ਵਿੱਚੋਂ ਅੱਗੇ ਉਹਨਾਂ ਨੇ ਤੋਰਿਆ। ਤੇ ਉਹ ਜਥੇਦਾਰ ਬਣ ਕੇ ਘਰ ਦੇ ਵਿੱਚ ਵੀ ਪੂਜਾ ਅਰਚਨਾ ਕਰਦੇ ਨੇ, ਵੈਸ਼ਨੋ ਦੇਵੀ ਦੀ ਪੂਜਾ ਕਰਦੇ ਨੇ, ਵੇਦਾਂ ਨੂੰ ਪੜ੍ਹਦੇ ਨੇ, ਗੀਤਾ ਨੂੰ ਪੜ੍ਹਦੇ ਨੇ, ਆਦਿਕ ਗ੍ਰੰਥਾਂ ਦੇ ਉੱਤੇ ਉਹਨਾਂ ਦੀ ਸ਼ਰਧਾ। ਤੇ ਹਰ ਸਾਲ ਆਪਣੇ ਨਗਰ ਦੇ ਲੋਕਾਂ ਨੂੰ ਨਾਲ ਲੈ ਕੇ ਉਹ ਵੈਸ਼ਨੋ ਦੇਵੀ ਦੇ ਉਸ ਸਥਾਨ ਤੇ ਦਰਸ਼ਨ ਕਰਾਉਣ ਵਾਸਤੇ ਜਾਂਦੇ ਨੇ। ਜਿਵੇਂ ਸਿੱਖ ਜਾਂਦੇ ਆ, ਆਪਣੀਆਂ ਸਿੱਖ ਸੰਗਤਾਂ ਨੂੰ ਨਾਲ ਲੈ ਕੇ ਅੰਮ੍ਰਿਤਸਰ ਜਾਂਦੇ, ਅਨੰਦਪੁਰ ਸਾਹਿਬ ਜਾਂਦੇ, ਹਜੂਰ ਸਾਹਿਬ ਬੱਸਾਂ ਜਾਂਦੀਆਂ, ਇਸ ਤਰ੍ਹਾਂ ਉਹ ਵੀ ਜਾਂਦੇ ਸਨ। ਤੇ ਉਹਨਾਂ ਦੇ ਘਰ ਦੇ ਵਿੱਚ 1504 ਨੂੰ ਇੱਕ ਬੱਚੇ ਦਾ ਜਨਮ ਹੁੰਦਾ ਹੈ। ਇੱਕੋ ਇੱਕ ਔਲਾਦ ਸੀ ਉਹਨਾਂ ਦੀ, ਇੱਕੋ ਇੱਕ ਪੁੱਤਰ ਭਾਈ ਲਹਿਣਾ ਜੀ, ਇਤਿਹਾਸ ਦੇ ਵਿੱਚੋਂ ਜ਼ਿਕਰ ਆਇਆ। ਤੇ ਉਸ ਬੱਚੇ ਦਾ ਨਾਮ ਉਹਨਾਂ ਨੇ ਬੜੇ ਪਿਆਰ ਨਾਲ ਲਹਿਣਾ ਰੱਖਿਆ। ਲਹਿਣਾ ਨਾਮ ਰੱਖਣ ਦੇ ਪਿੱਛੇ ਉਹਨਾਂ ਦਾ ਇੱਕ ਭਾਵ ਸੀ ਵੀ ਉਹ ਸ਼ਾਹੂਕਾਰੇ ਦਾ ਕੰਮ ਕਰਦੇ, ਦੁਕਾਨਦਾਰੀ ਦਾ ਕੰਮ ਕਰਦੇ, ਉਹਨਾਂ ਦਾ ਵਾਹ ਲੈਣ ਦੇਣ ਨਾਲ ਸਾਰੀ ਦਿਹਾੜੀ ਰਹਿੰਦਾ ਸੀ। ਉਹਨਾਂ ਦੇ ਮਨ ਦੀ ਇੱਕ ਭਾਵਨਾ ਸੀ ਕਿ ਮੇਰਾ ਪੁੱਤਰ ਲੈਣੇ ਜਾਣਦਾ ਹੋਵੇ, ਕਿਸੇ ਦਾ ਕਰਜ਼ਦਾਰ ਨਾ ਹੋਵੇ, ਕਿਸੇ ਦੀ ਮੁਤਾਜੀ ਇਹਨੂੰ ਆਪਣੇ ਪਰਿਵਾਰ ਨੂੰ ਪਾਲਣ ਵਾਸਤੇ ਨਾ ਕਰਨੀ ਪਵੇ, ਪੈਸੇ ਧਨ ਦੌਲਤ ਪਦਾਰਥਾਂ ਦੇ ਪਿੱਛੇ ਕਿਸੇ ਦੇ ਮਗਰ ਇਹਨੂੰ ਤੁਰਨਾ ਨਾ ਪਵੇ, ਇਹ ਲੈਣੇ ਜਾਣਦਾ। ਇਸ ਕਰਕੇ ਉਹਦਾ ਨਾਮ ਲਹਿਣਾ ਰੱਖ ਦਿੱਤਾ। ਤੇ ਬਚਪਨ ਦੇ ਵਿੱਚੋਂ ਭਾਈ ਲਹਿਣਾ ਜੀ ਦੇ ਕੰਨਾਂ ਦੇ ਵਿੱਚ ਦੇਵੀ ਮਾਤਾ ਦੀਆਂ ਭੇਟਾਂ, ਉਹਨਾਂ ਦੇ ਗੀਤ, ਇਹ ਲੋਰੀਆਂ ਉਹਨਾਂ ਦੇ ਜੀਵਨ ਵਿੱਚ ਕੰਨਾਂ ਵਿੱਚ ਪਈਆਂ ਸਨ। ਤੇ ਜਿਵੇਂ ਘਰ ਦਾ ਮਾਹੌਲ ਸੀ, ਉਸੇ ਮਾਹੌਲ ਦੇ ਵਿੱਚ ਉਹ ਢਲੇ। ਤੇ ਜਦੋਂ 22 ਕੁ ਸਾਲਾਂ ਦੇ ਹੁੰਦੇ ਨੇ ਭਾਈ ਲਹਿਣਾ ਜੀ, ਤੇ 1526 ਈਸਵੀ ਦੇ ਵਿੱਚ ਉਹਨਾਂ ਦੇ ਪਿਤਾ ਜੀ ਚਲਾਣਾ ਕਰ ਜਾਂਦੇ ਨੇ। ਚਲਾਣਾ ਕਰਨ ਤੋਂ ਪਹਿਲਾਂ ਆਪਣੇ ਪੁੱਤਰ ਨੂੰ ਜ਼ਿੰਮੇਵਾਰੀਆਂ ਸਮਝਾ ਕੇ ਜਾਂਦੇ ਨੇ। ਸਿਆਣਾ ਬਾਪ ਉਹ ਵਡੇਪੇ ਦੇ ਵਿੱਚ ਜਦੋਂ ਪਹੁੰਚ ਜਾਂਦਾ ਹੈ ਨਾ, ਆਪਣੇ ਪੁੱਤਰ ਨੂੰ ਹੌਲੀ ਹੌਲੀ ਉਹ ਜ਼ਿੰਮੇਵਾਰੀਆਂ ਸਮਝਾਉਣੀਆਂ ਸ਼ੁਰੂ ਕਰਦਾ। ਉਹਨੂੰ ਪਤਾ ਕੰਧੀ ਉੱਤੇ ਰੁੱਖੜਾ, ਕਿਚਰਕ ਬੰਨੇ ਧੀਰ, ਵੀ ਪਤਾ ਨਹੀਂ ਹੁਣ ਸਵਾਸਾਂ ਦੀ ਡੋਰ ਕਦੋਂ ਟੁੱਟ ਜਾਣੀ, ਕਦੋਂ ਮਾਲਕ ਦਾ ਸੱਦਾ ਆ ਜਾਣਾ। ਆਪਣੀ ਔਲਾਦ, ਆਪਣੇ ਬੱਚਿਆਂ ਨੂੰ ਜ਼ਿੰਮੇਵਾਰੀਆਂ ਸਮਝਾਉਂਦਿਆਂ ਸਦਾ ਵਾਸਤੇ ਤੇ ਕਿਸੇ ਦੇ ਟਿੱਕੇ ਨਹੀਂ ਰਹਿਣਾ। ਉਹਨਾਂ ਨੇ ਜ਼ਿੰਮੇਵਾਰੀ ਇਹ ਸਮਝਾਈ ਕਿ ਪੁੱਤਰ ਵੇਖ, ਦੁਕਾਨਦਾਰੀ ਤੇ ਨਾਲ ਮੇਰੇ ਬਹਿ ਕੇ ਤੂੰ ਬਹੁਤ ਸੋਹਣੀ ਕਰਨੀ ਸਿੱਖ ਗਿਆ, ਸ਼ਾਹੂਕਾਰੇ ਦਾ ਕੰਮ ਵੀ ਤੈਨੂੰ ਕਰਨਾ ਆ ਗਿਆ, ਪਰ ਜਿਹੜਾ ਮੇਨ ਕੰਮ ਆ ਨਾ, ਵੀ ਹਰ ਸਾਲ ਜਥੇ ਨੂੰ ਨਾਲ ਲੈ ਕੇ ਜਾਣਾ ਵੈਸ਼ਨੋ ਦੇਵੀ ਦੇ, ਇਹ ਬੜਾ ਜ਼ਿੰਮੇਵਾਰੀ ਵਾਲਾ ਕੰਮ ਹੈ। ਪੁੱਤਰ ਮੇਰੇ ਜਾਣ ਤੋਂ ਬਾਅਦ ਵਿੱਚ ਇੱਕ ਤੇ ਤੂੰ ਦੁਕਾਨਦਾਰੀ, ਸ਼ਾਹੂਕਾਰੇ ਵਾਲਾ ਕੰਮ, ਕਿਉਂਕਿ ਇਸ ਤੋਂ ਬਗੈਰ ਪਰਿਵਾਰ ਨਹੀਂ ਚੱਲਣਾ, ਇਹ ਜ਼ਰੂਰੀ ਹੈ, ਇਹ ਤੇ ਮੈਨੂੰ ਉਮੀਦ ਹੈ ਤੂੰ ਸੰਭਾਲੇਗਾ, ਪਰ ਨਾਲ ਨਾਲ ਇਹ ਜਥੇਦਾਰੀ ਵਾਲਾ ਕੰਮ ਤੈਨੂੰ ਸੌਂਪਦਾ ਵਾਂ। ਇਹ ਤੂੰ ਜਥੇਦਾਰ ਬਣ ਕੇ, ਮੋਢੀ ਬਣ ਕੇ ਮੇਰੇ ਵਾਂਗੂ ਬੜੇ ਪਿਆਰ, ਬੜੇ ਅਦਬ ਦੇ ਨਾਲ ਸੰਗਤਾਂ ਨੂੰ ਹਰ ਸਾਲ ਤੂੰ ਵੈਸ਼ਨੋ ਦੇਵੀ ਦੇ ਲੈ ਕੇ ਜਾਣਾ। ਭਾਈ ਲਹਿਣਾ ਜੀ ਨੇ ਪਿਤਾ ਦੇ ਚਲਾਣੇ ਤੋਂ ਬਾਅਦ ਵਿੱਚ ਬਾਖੂਬੀ ਇਹ ਕੰਮ ਜ਼ਿੰਮੇਵਾਰੀ ਨਾਲ ਨਿਭਾਇਆ।
ਕਿਰਤਕਾਰ ਵੀ ਕੀਤੀ, ਸ਼ਾਹੂਕਾਰਾ ਕੀਤਾ। ਹਰ ਸਾਲ ਉਹ ਆਪਣੇ ਨਗਰ ਦੇ ਲੋਕਾਂ ਨੂੰ ਜਥੇਦਾਰ ਬਣ ਕੇ ਵੈਸ਼ਨੋ ਦੇਵੀ ਦੇ ਦਰਸ਼ਨ ਕਰਾਉਣ ਵਾਸਤੇ ਲੈ ਕੇ ਜਾਂਦੇ ਨੇ। ਇਸ ਤਰ੍ਹਾਂ ਕਰਦਿਆਂ ਕਰੀਬਨ 6 ਸਾਲ ਹੋ ਚੁੱਕੇ ਨੇ। 1532 ਈਸਵੀ ਆਈ ਹੈ। 1532 ਦੇ ਵਿੱਚ ਜਦੋਂ ਵੈਸ਼ਨੋ ਦੇਵੀ ਦੇ ਦਰਸ਼ਨਾਂ ਦੇ ਲਈ ਜਥੇ ਨੂੰ ਨਾਲ ਲੈ ਕੇ ਜਾਣਾ ਹੈ, ਮਨ ਦੇ ਵਿੱਚ ਦੁਬਿਧਾ ਹੈ ਕਿ ਮਾਤਾ ਦੇਵੀ ਦੇ ਜਾਵਾਂ ਕਿ ਨਾ ਜਾਵਾਂ, ਮਾਤਾ ਦੇਵੀ ਦੇ ਜਾਵਾਂ ਕਿ ਨਾ ਜਾਵਾਂ। ਉਸ ਦੁਬਿਧਾ ਦਾ ਕਾਰਨ ਪਤਾ ਕੀ ਹੈ? ਇੱਕ ਦਿਨ ਇਹ ਕਿਤੋਂ ਸ਼ਾਹੂਕਾਰੇ ਦਾ ਕੰਮ ਕਰਦਿਆਂ ਹੋਇਆਂ ਅੰਮ੍ਰਿਤ ਵੇਲੇ ਆ ਰਹੇ ਸਨ। ਅੰਮ੍ਰਿਤ ਵੇਲੇ ਦੀ ਗੁਜ਼ਰ ਰਹੇ ਸਨ ਤੇ ਰਸਤੇ ਦੇ ਵਿੱਚ ਇੱਕ ਖੂਹ ਪੈਂਦਾ ਹੈ। ਇਹਨਾਂ ਦੇ ਨਗਰ ਦਾ ਹੀ ਰਹਿਣ ਵਾਲਾ ਭਾਈ ਜੋਧ ਬੜੀ ਉੱਚੀ ਸਾਰੀ ਕੋਈ ਕਲਾਮ ਪੜ੍ਹ ਰਿਹਾ ਹੈ। ਉਸ ਕਲਾਮ ਦੇ ਵਿੱਚੋਂ ਕੁਝ ਸ਼ਬਦ ਇਹਨਾਂ ਦੇ ਕੰਨਾਂ ਵਿੱਚ ਪਏ। ਜਦੋਂ ਉਹ ਸ਼ਬਦ ਇਹਨਾਂ ਦੇ ਕੰਨਾਂ ਵਿੱਚ ਪਏ, ਉਹ ਬੋਲ ਕਿਹੜੇ ਨੇ? ਜਿਤ ਸੇਵਿਐ ਸੁਖ ਪਾਈਐ, ਸੋ ਸਾਹਿਬ ਸਦਾ ਸੰਭਾਲੀਐ, ਕਿਸ ਕੀਤਾ ਪਾਈਐ ਆਪਣਾ, ਸਾ ਘਾਲਪੁਰੀ ਕਿਉਂ ਘਾਲੀਐ, ਫਿਰ ਮੰਦਾ ਮੋਲ ਨਾ ਕੀਚਈ, ਤੇ ਲੰਮੀ ਨਦਰ ਨਿਹਾਲੀਐ, ਸਾਹਿਬ ਨਾਲ ਨਾ ਹਾਰੀਐ, ਤੇ ਵੇਹਾ ਪਾਸਾ ਢਾਲੀਐ, ਕਿਛ ਲਾਹੇ ਉੱਪਰ ਘਾਲੀਐ। ਮਣਾ ਉਸ ਸਾਹਿਬ ਦੀ ਸੇਵਾ ਕਰ ਜਿਸ ਨੂੰ ਸੇਵ ਕੇ ਤੈਨੂੰ ਸੁੱਖ ਮਿਲ ਜਾਏ, ਤੈਨੂੰ ਪਰਮ ਆਨੰਦ ਦੀ ਦਾਤ ਮਿਲ ਜਾਏ। ਤੇ ਮਨ ਦੇ ਵਿੱਚ ਖਿਆਲ ਆਇਆ, ਉਸ ਸ਼ਬਦ ਨੇ ਅੰਦਰ ਮਨ ਨੂੰ ਟੁੰਬਿਆ, ਸਵਾਲ ਖੜਾ ਕੀਤਾ, ਮਨਾ ਧਰਮ ਦੇ ਕਰਮ ਤੇ ਤੂੰ ਵੀ ਕਰਦਾ, ਪੂਜਾ ਪਾਠ ਤੇ ਤੂੰ ਵੀ ਕਰਦਾ, ਹਰ ਸਾਲ ਤੂੰ ਦਰਸ਼ਨਾਂ ਨੂੰ ਜਾਂਦਾ, ਇਹ ਕਿਹੜੇ ਸੁੱਖ ਦੀ ਗੱਲ ਕੀਤੀ ਜਾ ਰਹੀ ਹੈ? ਉਹ ਸੁੱਖ, ਉਹ ਟਿਕਾ, ਉਹ ਸ਼ਾਂਤੀ ਤੇ ਅੱਜ ਤੱਕ ਮੈਨੂੰ ਵੀ ਨਹੀਂ ਮਿਲਿਆ। ਕਹਿਣ ਲੱਗੇ ਚਲੋ ਜਿਹੜਾ ਪੜ੍ਹ ਰਿਹਾ ਉਹਦੇ ਕੋਲ ਪੁੱਛਣ ਦਾ ਯਤਨ ਕਰਦੇ ਆ। ਜਦੋਂ ਲਾਗੇ ਗਏ ਪਛਾਣ ਲਿਆ ਵੀ ਕੋਈ ਓਪਰਾ ਜਾਂ ਪਰਾਇਆ ਬੰਦਾ ਨਹੀਂ, ਇਹ ਤੇ ਭਾਈ ਜੋਧ ਹੈ, ਸਾਡੇ ਨਗਰ ਦਾ ਰਹਿਣ ਵਾਲਾ ਹੈ। ਭਾਈ ਜੋਧ ਜੀ ਦੇ ਕੋਲ ਗਏ, ਕਹਿਣ ਲੱਗੇ ਜੋਧ ਜੀ, ਮੈਂ ਵੇਦ ਵੀ ਪੜ੍ਹੇ ਸੁਣੇ ਨੇ ਆਪਣੇ ਪਿਤਾ ਜੀ ਦੇ ਕੋਲੋਂ, ਮੈਂ ਸਿਮਰਤੀਆਂ ਵੀ ਸੁਣੀਆਂ ਨੇ, ਮੈਂ ਹੋਰ ਪੁਰਾਣ ਵੀ ਸੁਣੇ ਨੇ, ਮੈਂ ਹੋਰ ਗ੍ਰੰਥ ਵੀ ਆਪਣੇ ਧਰਮ ਦੇ ਸੁਣੇ ਨੇ, ਪਰ ਉਹਨਾਂ ਧਰਮ ਗ੍ਰੰਥਾਂ ਦੇ ਵਿੱਚੋਂ ਆਹ ਬੋਲ ਨਹੀਂ ਮੈਂ ਕਦੀ ਸੁਣਿਆ ਜਿਹੜਾ ਤੁਸੀਂ ਪੜ੍ਹ ਕੇ ਸੁਣਾਇਆ। ਇਹ ਬੋਲ ਕਿੱਥੇ ਹੈ? ਕਿਹੜੇ ਗ੍ਰੰਥ ਵਿੱਚ ਹੈ? ਉਹਨਾਂ ਧਰਮ ਗ੍ਰੰਥਾਂ ਦੇ ਵਿੱਚੋਂ ਤੇ ਮੈਨੂੰ ਅੱਜ ਤੱਕ ਨਹੀਂ ਪਿਤਾ ਨੇ ਸੁਣਾਇਆ। ਜਿਹੜਾ ਤੁਸੀਂ ਮੈਨੂੰ ਬੋਲ ਸੁਣਾਇਆ ਮੇਰੇ ਕੰਨਾਂ ਦੇ ਵਿੱਚ ਪਿਆ, ਇਹ ਬੋਲ ਕਿੱਥੋਂ ਪੜ੍ਹੇ ਨੇ, ਕਿਹੜੇ ਗ੍ਰੰਥ ਵਿੱਚੋਂ ਨੇ? ਭਾਈ ਜੋਧ ਜੀ ਕਹਿਣ ਲੱਗੇ ਇਹ ਬੋਲ ਮੇਰੇ ਬਾਬੇ ਨਾਨਕ ਦੇ ਨੇ, ਇਹ ਰੱਬੀ ਬੋਲ ਨੇ, ਇਹ ਇਲਾਹੀ ਬਾਣੀ ਹੈ, ਮੇਰੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ। ਤੇ ਕਹਿਣ ਲੱਗੇ ਵੀ ਇਹ ਜਿਹਦੇ ਬੋਲ ਨੇ, ਜਿਸ ਬਾਬੇ ਨਾਨਕ ਦੇ ਬੋਲ ਨੇ, ਉਸ ਬਾਬੇ ਨਾਨਕ ਦੇ ਨਾਲ ਅਸੀਂ ਮਿਲ ਸਕਦੇ ਹਾਂ, ਸਾਨੂੰ ਉਹ ਮਿਲ ਸਕਦੇ ਆ, ਉਹਨਾਂ ਨਾਲ ਮਿਲਾਪ ਹੋ ਸਕਦਾ ਵੀ ਮੈਂ ਮਿਲ ਸਕਦਾ ਹਾਂ, ਕਿਉਂਕਿ ਉਦੋਂ ਊਚ ਨੀਚ ਜਾਤ ਪਾਤ ਦਾ ਇਹ ਸਾਰਾ ਸਿਸਟਮ ਚੱਲ ਰਿਹਾ ਸੀ। ਤੇ ਕਹਿਣ ਲੱਗੇ ਭਾਈ ਜੋਧ ਜੀ, ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਐਸਾ ਦਰ ਹੈ, ਉਹਨੂੰ ਗਰੀਬ ਵੀ ਮਿਲ ਸਕਦਾ, ਉਹਨੂੰ ਅਮੀਰ ਵੀ ਮਿਲ ਸਕਦਾ, ਉਹਨੂੰ ਭਿਖਾਰੀ ਵੀ ਮਿਲ ਸਕਦਾ, ਉਹਨੂੰ ਰਾਜਾ ਵੀ ਮਿਲ ਸਕਦਾ, ਉਹਨੂੰ ਬੱਚਾ ਵੀ ਮਿਲ ਸਕਦਾ, ਉਹਨੂੰ ਜਵਾਨ ਵੀ ਮਿਲ ਸਕਦਾ, ਉਹਨੂੰ ਬਜ਼ੁਰਗ ਵੀ ਮਿਲ ਸਕਦਾ, ਉਹਨੂੰ ਹਰ ਇੱਕ ਮਨੁੱਖ ਜਾਤ ਬੰਦਾ ਮਿਲ ਕੇ ਆਪਣਾ ਜੀਵਨ ਸਫਲ ਕਰ ਸਕਦਾ। ਹਰ ਕਿਸੇ ਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਮਿਲਣ ਵਾਸਤੇ ਤਿਆਰ ਨੇ। ਖੁਸ਼ ਹੋਏ, ਕਹਿਣ ਲੱਗੇ ਉਹਨਾਂ ਦਾ ਟਿਕਾਣਾ ਕਿੱਥੇ ਹੈ? ਫਿਰ ਕਹਿਣ ਲੱਗੇ ਉਹਨਾਂ ਦਾ ਟਿਕਾਣਾ ਕਰਤਾਰਪੁਰ ਹੈ। ਇਸ ਵਕਤ ਤੋਂ ਕਰਤਾਰਪੁਰ ਦੀ ਧਰਤੀ ਤੇ ਨੇ। ਹੁਣ ਸ਼ਬਦ ਸੁਣਿਆ ਸੀ, ਸ਼ਬਦ ਦੇ ਪ੍ਰਤੀ ਪਿਆਰ ਨੇ ਜਨਮ ਲਿਆ ਤੇ ਮਨ ਦੇ ਵਿੱਚ ਇਹ ਸਵਾਲ ਹੈ ਵੀ ਉਹ ਸੁੱਖ ਕਿਹੜਾ ਹੈ? ਜਿਹੜੇ ਸੁੱਖ
ਦੀ ਗੱਲ ਇਹਨਾਂ ਪੰਕਤੀਆਂ ਵਿੱਚ ਬਾਬੇ ਨਾਨਕ ਨੇ ਕੀਤੀ, ਉਹ ਸੁੱਖ ਸਾਹਿਬ ਨੂੰ ਸੇਵ ਕੇ ਪ੍ਰਾਪਤ ਹੁੰਦਾ ਹੈ। ਉਸ ਸੁੱਖ ਦੀ ਝਲਕ ਕਿਤੇ ਮੈਨੂੰ ਦਿਖਾਈ ਦੇ ਜਾਏ। ਗੁਰਮੁਖੋ ਇੱਕ ਹੁੰਦਾ ਪਿਆਰ, ਇੱਕ ਹੁੰਦਾ ਕਿਰਦਾਰ। ਦੋਵੇਂ ਗੁਰੂ ਘਰ ਦੇ ਵਿੱਚੋਂ ਜਿਸ ਜਗਿਆਸੂ ਨੂੰ ਨਜ਼ਰ ਆ ਗਏ, ਪ੍ਰਾਪਤ ਹੋ ਗਏ, ਉਹ ਗੁਰੂ ਦਾ ਹੋ ਕੇ ਰਹਿ ਜਾਂਦਾ ਹੈ। ਸ਼ਬਦ ਦੇ ਪ੍ਰਤੀ ਪਿਆਰ ਭਾਈ ਜੋਧ ਜੀ ਨੇ ਪੈਦਾ ਕੀਤਾ, ਤੇ ਕਿਰਦਾਰ ਉਹ ਸੁੱਖ ਜਿਹੜਾ ਹੈ ਭਾਈ ਸ਼ੀਆਂ ਉੱਪਲ ਜੀ ਦੇ ਜੀਵਨ ਵਿੱਚੋਂ, ਕਿਰਦਾਰ ਵਿੱਚੋਂ ਵੇਖ ਲਿਆ। ਉਹ ਸ਼ਬਦ ਸੁਣ ਕੇ ਘਰ ਆਏ ਸਨ, ਨਹਾ ਧੋ ਕੇ ਆਪਣਾ ਦੁਕਾਨਦਾਰੀ ਤੇ ਬੈਠੇ। ਦੁਕਾਨਦਾਰੀ ਤੇ ਬੈਠੇ ਅੱਜ ਇੱਕ ਸ਼ੀਆਂ ਉੱਪਲ ਨਾਮ ਦਾ ਸਿੱਖ ਉਹਨਾਂ ਦੀ ਦੁਕਾਨ ਤੇ ਆਇਆ। 2-3 ਦਿਨਾਂ ਬਾਅਦ ਉਹ ਉਹਨਾਂ ਦੀ ਦੁਕਾਨ ਤੇ ਪਹੁੰਚਿਆ ਸੀ। ਗਰੀਬੜਾ ਜਿਹਾ ਉਹ ਸਿੱਖ ਹੈ, ਪਰ ਆਪਣੀ ਕਿਰਤ ਦੇ ਉੱਤੇ ਬੜਾ ਵਿਸ਼ਵਾਸ ਰੱਖਦਾ ਹੈ, ਆਪਣੀ ਮਿਹਨਤ ਦੀ ਕਮਾਈ ਕਰਕੇ ਖਾਣਾ ਪਸੰਦ ਕਰਦਾ ਹੈ। ਤੇ ਭਾਈ ਲਹਿਣਾ ਜੀ ਦੀ ਦੁਕਾਨ ਤੇ ਰੋਜ਼ਾਨਾ ਆਉਂਦਾ ਸੀ। ਜਿੰਨੀ ਕੁ ਦਿਹਾੜੀ ਲੱਗਣੀ, ਜਿੰਨੀ ਕੁ ਪੈਸੇ ਮਿਲਣੇ, ਰੋਜ਼ ਤਾਜ਼ਾ ਉਹਨੇ ਰਾਸ਼ਨ ਲਿਆ ਕਰਨਾ। ਉਹਦੇ ਨਾਲ ਸਵੇਰ ਦਾ ਤੇ ਸ਼ਾਮ ਦਾ ਡੰਗ ਉਹਦਾ ਚੱਲਦਾ ਸੀ। ਉਹ 2-3 ਦਿਨਾਂ ਬਾਅਦ ਆਇਆ ਤੇ ਭਾਈ ਲਹਿਣਾ ਜੀ ਨੇ ਪੁੱਛਿਆ ਵੀ ਸ਼ੀਆਂ ਉੱਪਲ, 2-3 ਦਿਨਾਂ ਤੋਂ ਤੂੰ ਦੁਕਾਨ ਤੇ ਆਇਆ ਨਹੀਂ। ਮੈਨੂੰ ਤੇ ਪਤਾ ਹੈ ਤੇਰੇ ਜੀਵਨ ਦੇ ਬਾਰੇ, ਰੋਜ਼ਮਰਾ ਦੀ ਜ਼ਿੰਦਗੀ ਦੇ ਬਾਰੇ, ਵੀ ਤੂੰ ਰੋਜ਼ਾਨਾ ਤਾਜ਼ਾ ਰਾਸ਼ਨ ਲੈ ਕੇ ਜਾਣਾ, ਉਹੀ ਤੇਰੇ ਘਰ ਪੱਕਦਾ ਹੈ, ਬਣਦਾ ਹੈ ਤੇ ਖਾਂਦੇ ਹੋ। ਤੇ 2-3 ਦਿਨ ਕਿਵੇਂ ਗੁਜ਼ਾਰਾ ਕੀਤਾ? ਆਇਆ ਨਹੀਂ ਮੇਰੀ ਦੁਕਾਨ ਤੇ ਰਾਸ਼ਨ ਲੈਣ ਵਾਸਤੇ। ਤੇ ਭਾਈ ਸ਼ੀਆਂ ਉੱਪਲ ਜੀ ਕਹਿੰਦੇ ਕੁਝ ਸਿਹਤ ਵੀ ਠੀਕ ਨਹੀਂ ਸੀ, ਕੁਝ ਕਾਰੋਬਾਰ ਦਿਹਾੜੀ ਨਹੀਂ ਲੱਗ ਸਕੀ। ਜੋ ਘਰ ਦੇ ਵਿੱਚ ਜੋ ਬਚਿਆ ਸੀ ਰੁੱਖਾ ਸੁੱਖਾ, ਉਹਦੇ ਨਾਲ ਹੀ ਖਾ ਕੇ ਗੁਜ਼ਾਰਾ ਕੀਤਾ। ਅੱਜ ਮਾਲਕ ਨੇ ਦਿਹਾੜੀ ਦੱਪਾ ਕੰਮ ਕਾਜ ਬਖਸ਼ਿਆ, ਅੱਜ ਪੂਰੀ ਦਿਹਾੜੀ ਲੱਗੀ ਹੈ, ਤੇ ਉਸ ਦਿਹਾੜੀ ਵਿੱਚੋਂ ਜਿੰਨੇ ਵੀ ਅੱਜ ਪੈਸੇ ਵੱਟ ਕੇ ਲਿਆਇਆ ਵਾਂ, ਤੁਹਾਨੂੰ ਤੇ ਪਤਾ ਹੈ ਮੇਰੇ ਕਿੰਨੇ ਕੁ ਪੈਸੇ ਹੁੰਦੇ ਨੇ ਤੇ ਕਿੰਨਾ ਕੁ ਸਮਾਨ ਮੈਂ ਲੈ ਕੇ ਜਾਣਾ। ਦਾਲ, ਮਸਾਲੇ, ਤੇਲ, ਚੀਨੀ, ਆਟਾ, ਇਹ ਇੰਨੇ ਕੁ ਪੈਸੇ ਜਿੰਨਾ ਕੋ ਰੋਜ਼ਾਨਾ ਤੋਲ ਕੇ ਸਮਾਨ ਲੈ ਕੇ ਜਾਣਾ, ਉਹਨਾਂ ਕੋ ਆ ਪੈਸੇ ਲਓ ਤੇ ਸਮਾਨ ਦੇ ਦਿਓ। ਹੁਣ ਭਾਈ ਲਹਿਣਾ ਜੀ ਨੇ ਸਵੇਰੇ ਸੁਣਿਆ ਸੀ ਸ਼ਬਦ, ਅੰਦਰ ਤਰਸ ਸੀ, ਅੰਦਰ ਭਾਵਨਾ ਨੇ ਜਨਮ ਲਿਆ ਹੋਇਆ ਸੀ। ਤੇ ਉਹਨਾਂ ਨੂੰ ਪਤਾ ਸੀ ਵੀ ਜਿੰਨਾ ਕੁ ਇਹ ਆਟਾ ਲੈ ਕੇ ਜਾ ਰਿਹਾ ਵਾ, ਉਨੀ ਕੁ ਆਟੇ ਨਾਲ ਮਸਾਂ 3 ਫੁਲਕੇ ਬਣ ਸਕਦੇ ਨੇ, ਭਾਰੇ ਭਾਰੇ। ਜੇ ਸੰਕੋਚ ਕਰਕੇ ਬਣਾਏ ਜਾਣ ਵੱਧ ਤੋਂ ਵੱਧ 4 ਬਣ ਜਾਣਗੇ। ਤੇ ਇਹਦੀ ਪਤਨੀ ਵੀ ਹੈ, ਤੇ ਪਤਨੀ ਦੇ ਕੁੱਛੜ ਬੱਚੀ ਹੈ ਛੋਟੀ ਜੀ, ਤੇ ਉਹ ਦੁੱਧ ਚੁੰਗਦੀ ਹੈ। ਮਾਂ ਨੂੰ ਵੀ ਵਧੇਰੇ ਖੁਰਾਕ ਚਾਹੀਦੀ, ਤੇ 4 ਪ੍ਰਸ਼ਾਦੇ ਜਿਹੜੇ ਨੇ ਉਹ ਮਸਾਂ ਇਹਦਾ ਪੇਟ ਭਰਨਗੇ। ਤੇ ਭਾਈ ਲਹਿਣਾ ਜੀ ਨੂੰ ਤਰਸ ਆਇਆ, ਉਹਨਾਂ ਨੇ ਆਪਣੇ ਕੋਲੋਂ 4 ਕੁ ਬੁੱਕਾਂ ਆਟੇ ਦੀਆਂ ਵੱਧ ਪਾ ਦਿੱਤੀਆਂ। ਜਦੋਂ 4 ਬੁੱਕਾਂ ਵੱਧ ਆਟੇ ਦੀਆਂ ਪਾਈਆਂ, ਬੜੀ ਪਿਆਰ ਭਰੀ ਗਾਥਾ ਜੇ ਕਿੱਥੋਂ ਭਾਈ ਲਹਿਣਾ ਜੀ ਦੇ ਅੰਦਰ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਮਿਲਣ ਦੀ ਤੜਫ ਪੈਦਾ ਹੋਈ। ਜਦੋਂ 4 ਬੁੱਕਾਂ ਵੱਧ ਪਾਈਆਂ ਤੇ ਭਾਈ ਸ਼ੀਆਂ ਉੱਪਲ ਜੀ ਕਹਿੰਦੇ, ਭਾਈ ਲਹਿਣਾ ਜੀ, ਜਿੰਨੇ ਕੁ ਪੈਸੇ ਮੈਂ ਰੋਜ਼ ਲੈ ਕੇ ਆਉਣਾ ਵਾਂ, ਜਿੰਨਾ ਕੁ ਤੋਲ ਦਾ ਸਮਾਨ ਮੈਨੂੰ ਮਿਲਦਾ, ਮੈਨੂੰ ਪਤਾ ਹੈ 3 ਬੁੱਕਾਂ ਤੋਂ ਵੱਧ ਆਟਾ ਨਹੀਂ। ਤੁਸੀਂ ਆਪਣੀ ਇਮਾਨਦਾਰੀ ਨਾਲ ਤੋਲ ਕੇ ਮੈਨੂੰ ਦਿੰਦੇ ਹੋ, ਮੈਨੂੰ ਘੱਟ ਨਹੀਂ ਦਿੰਦੇ। ਮੇਰੇ ਪੈਸੇ ਹੀ ਉਹਨੇ ਕੁ ਹੁੰਦੇ ਨੇ, ਮੈਂ ਨਾਲੇ ਸਾਰਾ ਬਰਾਬਰ ਦਾ ਸਮਾਨ ਲੈਣਾ ਹੁੰਦਾ। ਜੇ ਮੈਂ ਆਟਾ ਸਾਰਾ ਲੈ ਲਿਆ, ਫਿਰ ਦਾਲ ਕਿੱਥੋਂ ਬਣੇਗੀ, ਫਿਰ ਮਸਾਲੇ ਕਿੱਥੋਂ, ਹੋਰ ਚੀਜ਼ਾਂ ਕਿੱਥੋਂ ਆਉਣਗੀਆਂ। ਮੈਂ ਬੜੇ ਸੋਚ ਸਮਝ ਕੇ ਉਹਨਾਂ ਕੁ ਸਮਾਨ ਲੈ ਕੇ ਜਾਣਾ ਵਾਂ, ਪਰ ਜਿੰਨਾ ਕੁ ਮੇਰਾ ਪੈਸਿਆਂ ਦਾ ਸਮਾਨ ਆਉਂਦਾ ਹੈ, ਉਸ ਦੇ ਹਿਸਾਬ ਤੇ 3 ਬੁੱਕਾਂ ਆਟਾ ਮੈਨੂੰ ਮਿਲਣਾ ਚਾਹੀਦਾ। ਤੂੰ 4 ਵੱਧ ਕਿਉਂ ਪਾਈਆਂ ਨੇ? ਜਿਹੜੀਆਂ 4 ਵੱਧ ਪਾਈਆਂ ਨੇ ਉਹ ਕੱਢ ਲੈ, ਉਹ ਮੇਰਾ ਹੱਕ ਨਹੀਂ ਉਹਨਾਂ ਦੇ ਉੱਤੇ ਬਣਦਾ। ਤੇ ਅੱਗੋਂ ਭਾਈ ਲਹਿਣਾ ਜੀ ਨੇ ਆਖਿਆ, ਪਈ ਨਹੀਂ, ਅੱਜ ਮੈਨੂੰ ਤੇਰੇ ਤੇ ਤਰਸ ਆ ਗਿਆ ਹੈ, ਇਹ ਮੈਂ ਤਰਸ ਵਸ ਹੋ ਕਰਕੇ ਤੈਨੂੰ ਇਹ 4 ਬੁੱਕਾਂ ਵੱਧ ਪਾਈਆਂ ਨੇ, ਵੀ ਤੂੰ ਤੇ ਤੇਰੀ ਪਤਨੀ ਰੱਜ ਕੇ ਅੱਜ ਭੋਜਨ ਛਕ ਸਕੋ। ਇਸ ਕਰਕੇ ਮੈਂ ਇਹਦੇ ਕੋਈ ਪੈਸੇ ਨਹੀਂ ਲੈਣੇ, ਮੈਂ ਤਰਸ ਖਾ ਕੇ ਤੇਰੇ ਉੱਤੇ ਇਹ ਤੈਨੂੰ 4 ਬੁੱਕਾਂ ਵੱਧ ਆਟਾ ਪਾਈਆਂ ਨੇ, ਮੈਂ ਇਹਦੇ ਪੈਸੇ ਨਹੀਂ ਲਵਾਂਗਾ, ਤੂੰ ਬਿਲਕੁਲ ਬੇਫਿਕਰ ਹੋ ਜਾ।
ਭਾਈ ਸੀਆਂ ਉੱਪਲ ਜੀ ਕਹਿਣ ਲੱਗੇ, ਨਹੀਂ, ਜੇ ਅੱਜ ਤੇਰੇ ਕੋਲ 4 ਵੱਧ ਬੁੱਕਾਂ ਆਟੇ ਦੀਆਂ ਪਵਾ ਕੇ ਲੈ ਗਿਆ, ਕਹਿਣ ਲੱਗੇ ਕੱਲ ਨੂੰ ਤੇਰੇ ਵਰਗਿਆਂ ਵੱਲ ਤੱਕਣ ਦੀ ਆਦਤ ਪੈ ਜਾਏਗੀ, ਫਰੀ ਦਾ ਖਾਣ ਦੀ ਆਦਤ ਪੈ ਜਾਏਗੀ। ਮੈਨੂੰ ਤਰਸ ਚਾਹੀਦਾ ਹੈ, ਪਰ ਮੈਨੂੰ ਤੇਰੇ ਵਰਗੇ ਦਾ ਤਰਸ ਨਹੀਂ, ਮੈਨੂੰ ਗੁਰੂ ਨਾਨਕ ਦਾ ਤਰਸ ਚਾਹੀਦਾ, ਮੈਨੂੰ ਗੁਰੂ ਨਾਨਕ ਦੇ ਘਰ ਦਾ ਤਰਸ ਚਾਹੀਦਾ ਹੈ, ਮੈਨੂੰ ਕਿਸੇ ਮਨੁੱਖ ਦਾ ਤਰਸ ਨਹੀਂ ਚਾਹੀਦਾ। ਕਿਉਂਕਿ ਮੇਰੇ ਬਾਬੇ ਦੇ ਬੋਲ ਨੇ, ਮਾਨੁ ਕੀ ਟੇਕ ਬਿਰਥੀ ਸਭ ਜਾਨ ਦੇਵਨ ਕਉ ਏਕ ਹੈ ਭਗਵਾਨ। ਮੈਨੂੰ ਆਦਤ ਪੈ ਜਾਏਗੀ, ਮੈਨੂੰ ਤੇ ਰੋਜ਼ 4 ਬੁੱਕਾਂ ਫਰੀ ਦੀਆਂ ਮਿਲ ਹੀ ਜਾਣੀਆਂ ਨੇ। ਆ ਜਿਹੜੀ ਦਿਹਾੜੀ, ਜਿਹੜੀ ਮਿਹਨਤ ਰੋਜ਼ ਲੱਗਣ ਨਾਲ ਕਰਦਾ ਵਾਂ ਨਾ, ਇਹਦੇ ਵਿੱਚੋਂ ਮਨ ਜਿਹੜਾ ਹੈ ਉਹ ਉਦਮੀ ਨਹੀਂ ਰਹੇਗਾ, ਮਿਹਨਤ ਕਰਨ ਵਾਲਾ ਨਹੀਂ ਰਹੇਗਾ। ਤੂੰ ਆਪਣੀਆਂ 4 ਬੁੱਕਾਂ ਕੱਢ ਲਾ, ਮੇਰੀਆਂ 3 ਬੁੱਕਾਂ ਜਿਹੜੀਆਂ ਆਟਾ ਮੇਰਾ ਬਣਦਾ ਹੱਕ ਉਹੀ ਮੈਨੂੰ ਦੇ। ਨਾਲੇ ਮੇਰੇ ਬਾਬੇ ਨਾਨਕ ਦੇ ਬੋਲ ਨੇ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰ ਪੀਰ ਹਾਮਾ ਤਾਂ ਪਰੈ ਜਾਂ ਮੁਰਦਾਰ ਨਾ ਖਾਏ। ਭਾਈ ਲਹਿਣਾ ਜੀ ਨੂੰ ਉਹ 4 ਬੁੱਕਾਂ ਆਟਾ ਜਿਹੜਾ ਕੱਢਣਾ ਪਿਆ। ਸੋਚਦਾ ਹੈ ਕਿਹੋ ਜਿਹਾ ਸਿੱਖ ਹੈ, ਕਿਹੋ ਜਿਹਾ ਜੀਵਨ ਵਾਲਾ ਏ। ਤੇ ਕਹਿੰਦਾ ਅੱਜ ਇਹਦੇ ਘਰ ਵਿੱਚ ਜਾ ਕੇ ਵੇਖਾਂਗਾ, ਜਿੰਨਾ ਕੋ ਆਟਾ, ਜਿੰਨਾ ਕੋ ਰਾਸ਼ਨ ਇਹ ਲੈ ਕੇ ਜਾ ਰਿਹਾ ਹੈ, ਇੱਕ ਦੂਜੇ ਕੋਲ ਖੋਹ ਕੇ ਖਾਣਗੇ। ਕਿਉਂਕਿ ਪਿਛਲੇ 3 ਦਿਨਾਂ ਤੋਂ ਇਹ ਰੱਜੇ ਨਹੀਂ, ਇਹਨਾਂ ਦੇ ਪੇਟ ਨੂੰ ਤ੍ਰਿਪਤੀ ਨਹੀਂ ਮਿਲੀ ਹੋਵੇਗੀ, ਇਹ ਰਾਸ਼ਨ ਨਹੀਂ ਲੈ ਕੇ ਗਏ। ਕਿਵੇਂ ਵੀ ਇਹਨਾਂ ਨੇ ਗੁਜ਼ਾਰਾ ਕੀਤਾ, ਪਰ ਢਿੱਡੋਂ ਭੁੱਖੇ ਹੋਣਗੇ, ਇੱਕ ਦੂਜੇ ਕੋਲ ਖੋ ਕੇ ਖਾਣਗੇ। ਅੱਜ ਵੇਖਾਂਗਾ ਵੀ 3 ਫੁਲਕੇ ਕਿਵੇਂ ਰਜਾਉਂਦੇ ਇਹਨਾਂ ਨੂੰ। ਉਹ ਭਾਈ ਲਹਿਣਾ ਜੀ ਰਾਸ਼ਨ ਲੈ ਕੇ ਆਪਣੇ ਘਰ ਆ ਗਏ। ਪਤਨੀ ਨੇ ਬੜੇ ਪਿਆਰ ਦੇ ਨਾਲ ਉਹ ਰੋਟੀ ਤਿਆਰ ਕੀਤੀ। ਇੱਧਰੋਂ ਭਾਈ ਲਹਿਣਾ ਜੀ ਦੁਕਾਨ ਬੰਦ ਕਰਕੇ ਆ ਗਏ ਤੇ ਝੌਂਪੜੀ ਦੇ ਓਹਲੇ ਹੋ ਗਏ। ਝੌਂਪੜੀ ਦੇ ਬਾਹਰੋਂ ਅੰਦਰ ਦਾ ਸਾਰਾ ਕੁਝ ਦਿਖਦਾ ਹੈ। ਕੱਚੀ ਝੌਂਪੜੀ, ਇੱਕ ਅੱਖਾਂ ਦੀ ਕੁੱਲੀ ਹੈ, ਪਰ ਅੰਦਰੋਂ ਬਾਹਰ ਨਹੀਂ ਦਿਸਦਾ ਵੀ ਬਾਹਰ ਕੌਣ ਹੈ। ਅੰਦਰੋਂ ਬਾਹਰ ਨਹੀਂ ਦਿਖਦਾ, ਬਾਹਰੋਂ ਸਾਰਾ ਕੁਝ ਦਿਖਦਾ ਹੈ। ਤੇ ਫਿਰ ਨੇੜੇ ਹੋ ਕੇ ਦੇਖ ਰਹੇ ਨੇ। ਉਹ ਛੋਪਲੇ 'ਚ ਵੀ ਬਾਹਰੋਂ ਵੀ ਕੋਈ ਬੰਦਾ ਮੈਨੂੰ ਦੇਖੇ ਨਾ, ਕਿਉਂਕਿ ਹੁੰਦਾ ਹੈ ਨਾ ਵੀ ਇੱਕ ਬੰਦਾ ਕੁਝ ਵੇਖ ਰਿਹਾ ਹੈ ਤੇ ਉਹ ਡਰਦਾ ਹੈ ਵੀ ਬਾਹਰ ਦੇ ਲੰਘਣ ਵਾਲੇ ਬੰਦੇ ਵੀ ਇਤਰਾਜ਼ ਨਾ ਕਰਨ ਵੀ ਇਹ ਫਲਾਣਾ ਬੰਦਾ ਕਿਸੇ ਦੇ ਘਰ ਵਿੱਚ ਕੀ ਝਾਕਾ ਮਾਰਦਾ ਫਿਰਦਾ। ਭਾਈ ਲਹਿਣਾ ਜੀ ਥੋੜਾ ਜਿਹਾ ਛੋਪਲੇ ਹੋ ਕੇ, ਉਹਨਾਂ ਦੀ ਮਾੜੀ ਭਾਵਨਾ ਨਹੀਂ ਸੀ, ਪਰ ਉਹ ਵੇਖਣਾ ਚਾਹੁੰਦੇ ਆ ਵੀ ਇਹ ਕਿਵੇਂ 3-4 ਪ੍ਰਸ਼ਾਦਿਆਂ ਦੇ ਨਾਲ ਅੱਜ ਗੁਜ਼ਾਰਾ ਕਰਦਾ ਹੈ। ਗੱਲਾਂ ਤੇ ਬੜੀਆਂ ਚੜ੍ਹਦੀ ਕਲਾ ਦੀਆਂ ਕਰਕੇ ਗਿਆ, ਘਰ ਦਾ ਮਾਹੌਲ ਕਿਵੇਂ ਹੈ ਇਹਦੇ ਦਾ, ਉਹ ਵੇਖਣਾ ਚਾਹੁੰਦੇ ਅੱਜ। ਤੇ ਗੁਰਮੁਖੋ, ਹੁਣ ਜਦੋਂ ਪ੍ਰਸ਼ਾਦਾ ਲੰਗਰ ਪਾਣੀ ਤਿਆਰ ਹੋਇਆ, ਥਾਲੀ ਦੇ ਵਿੱਚ ਪ੍ਰਸ਼ਾਦਾ ਪਾਇਆ ਗਿਆ, ਕੁੱਲੀ ਦਾ ਦਰਵਾਜ਼ਾ ਖੜਕਿਆ। ਕੁੱਲੀ ਦਾ ਦਰਵਾਜ਼ਾ ਖੜਕਿਆ ਤੇ ਭਾਈ ਸੀਆਂ ਉੱਪਲ ਦਰਵਾਜ਼ਾ ਖੋਲ। ਭਾਈ ਸੀਆਂ ਉੱਪਲ ਜੀ ਗਏ, ਦਰਵਾਜ਼ਾ ਖੋਲ੍ਹਿਆ। ਇੱਕ ਮੰਗਤਾ, ਇੱਕ ਫਕੀਰ ਹੈ। ਕਿਵੇਂ ਆਏ ਹੋ ਜੀ? ਕਹਿਣ ਲੱਗੇ, ਸੱਜਣਾ ਮੈਨੂੰ ਪਤਾ ਲੱਗਾ ਤੂੰ ਗੁਰੂ ਨਾਨਕ ਦਾ ਸਿੱਖ ਹੈ, ਤੇ ਮੈਨੂੰ ਇੰਨਾ ਅਹਿਸਾਸ ਹੈ ਵੀ ਏਡੇ ਵੱਡੇ ਨਗਰ ਦੇ ਵਿੱਚੋਂ ਭਾਵੇਂ ਕਿਤੋਂ ਨਾ ਪ੍ਰਸ਼ਾਦਾ ਮਿਲੇ, ਪਰ ਇਸ ਨਗਰ ਦੇ ਵਿੱਚ ਅਗਰ ਗੁਰੂ ਨਾਨਕ ਦਾ ਸਿੱਖ ਰਹਿੰਦਾ, ਭਾਵੇਂ ਕੁੱਲੀ ਵਿੱਚ ਹੀ ਰਹਿੰਦਾ, ਉਹਦੇ ਘਰੋਂ ਪ੍ਰਸ਼ਾਦਾ ਜ਼ਰੂਰ ਮਿਲ ਜਾਏਗਾ, ਉਹ ਭੁੱਖਾ ਨਹੀਂ ਜਾਣ ਦੇਵੇਗਾ। ਭਾਈ ਸੀਆਂ ਉੱਪਲ ਜੀ ਦੀਆਂ ਅੱਖਾਂ ਦੇ ਵਿੱਚੋਂ ਅਥਰੂ ਆ ਗਏ ਵੀ ਓਏ ਗੁਰੂ ਨਾਨਕ ਦੇਵ ਮਹਾਰਾਜ ਜੀ, ਗਰੀਬ ਨੂੰ ਕੌਣ ਜਾਣ ਕਰਦਾ, ਉਹ ਵੀ ਝੁੱਗੀ ਵਿੱਚ ਰਹਿਣ ਵਾਲੇ ਨੂੰ। ਅੱਜ ਤੇਰਾ ਨਾਮ ਲੈ ਕੇ ਮੈਨੂੰ ਯਾਦ ਕਰਦੇ ਆ, ਤੇਰਾ ਸਿੱਖ ਸਮਝ ਕੇ ਮੈਨੂੰ ਯਾਦ ਕਰਕੇ ਏਡੀਆਂ ਵੱਡੀਆਂ ਮਹਿਲ ਮਾੜੀਆਂ ਨੂੰ ਛੱਡ ਕੇ ਅੱਜ ਮੇਰੀ ਕੁੱਲੀ ਵਿੱਚ ਇੱਕ ਪ੍ਰਸ਼ਾਦਾ ਛਕਣ ਵਾਸਤੇ ਮੇਰੇ ਘਰ ਦੇ ਵਿੱਚੋਂ ਤੇਰਾ ਨਾਮ ਲੈ ਕੇ ਆਇਆ। ਆਓ ਜੀ, ਬੜੇ ਪਿਆਰ ਨਾਲ ਅੰਦਰ ਬਿਠਾਇਆ ਤੇ ਉਹ ਥਾਲੀ ਜਿਹੜੀ ਆਪਣੇ ਵਾਸਤੇ ਪਰੋਸੀ ਸੀ ਨਾ ਪਤਨੀ ਨੇ, ਮੇਰੇ ਪਤੀ ਜੀ ਛਕਣਗੇ ਭਾਈ ਸੀਆਂ ਉੱਪਲ ਜੀ ਵਾਸਤੇ, ਉਸ ਥਾਲੀ ਵਿੱਚ 2 ਪ੍ਰਸ਼ਾਦੇ ਪਾ ਕੇ, ਦਾਲ ਪਾ ਕੇ ਉਸ ਸਾਧੂ ਫਕੀਰ ਦੇ ਅੱਗੇ ਰੱਖ ਦਿੱਤੀ। ਜਦੋਂ ਉਸ ਸਾਧੂ ਫਕੀਰ ਦੇ ਅੱਗੇ ਰੱਖੀ, ਉਹਨੇ ਵੀ ਅੰਦਾਜ਼ਾ ਲਗਾ ਲਿਆ ਵੀ ਇਹਨਾਂ ਦੇ ਘਰ ਬਹੁਤੇ ਪ੍ਰਸ਼ਾਦੇ ਨਹੀਂ, ਭੁੱਖ ਤਾਂ ਭਾਵਾਂ ਬਹੁਤ ਲੱਗੀ, ਪਰ ਉਹਨੇ 2 ਪ੍ਰਸ਼ਾਦੇ ਛਕ ਕੇ ਸ਼ੁਕਰਾਨਾ ਕੀਤਾ ਤੇ ਉਹ ਚਲਿਆ ਗਿਆ। ਬਚਿਆ 1 ਪ੍ਰਸ਼ਾਦਾ। ਮੈਂ ਪਹਿਲਾਂ ਬੇਨਤੀ ਕੀਤੀ, ਜਾਂ 3 ਪ੍ਰਸ਼ਾਦੇ ਬਣ ਸਕਦੇ, ਜਾਂ ਹਲਕੇ ਹਲਕੇ 4 ਬਣ ਸਕਦੇ। ਉਹਨਾਂ ਨੇ 3 ਪ੍ਰਸ਼ਾਦੇ ਬਣਾਏ ਸਨ। ਥੋੜੀ ਜੀ ਦਾਲ ਬਚੀ ਹੈ ਤੇ 1 ਪ੍ਰਸ਼ਾਦਾ ਬਚਿਆ। ਭਾਈ ਲਹਿਣਾ ਜੀ ਸਾਰਾ ਕੁਝ ਵੇਖ ਰਹੇ ਨੇ। ਜਦੋਂ 1 ਪ੍ਰਸ਼ਾਦਾ ਬਚਿਆ, ਪਤਨੀ ਕਹਿੰਦੀ, ਪਤੀ ਜੀ ਇਦਾਂ ਕਰੋ,
थोड़ी जी मेरे वास्ते दाल छड्ड दिओ, अद्धी दाल ते आ पूरा प्रशादा तुसी छक लो, क्योंकि 2 दिनां दे भुखे हो, मेहनत भी करदे हो, अगे भी दिहाड़ी कल नूं करन जाना है। ते मैं अज गवांढण दे कोल बैठी सां, उहने मैनूं लस्सी पिला दित्ती ते कुछ घर विच कोई काम काज है नहीं सी, मैनूं भुख नहीं लगी, इस करके मैं दाल खा के गुजारा कर लांगी, अद्धी को दाल मैनूं छड्ड दी, उहदे नाल मैं तृप्त हो जावांगी, तुसी पूरा प्रशादा ते तुसी दाल छक लो। ते गुरमुखो भाई सियां उप्पल जी कहंदा, भागवाने भुख तां तैनूं भी लगी है, पर तेरी भुख दे नालों तेरा सबर किते वड्डा है। कहन लगे, जिस बाबे नानक दे आपां सिख हैं, उस बाबे नानक ने आखिया किरत करनी, नाम जपना, वंड छकना। एक प्रशादा ते अद्धा अद्धा छकांगे, अद्धी अद्धी दाल करांगे, अद्धा अद्धा प्रशादा ते अद्धी दाल दोवां पति ते पत्नी ने छकी। गुरु नानक देव महाराज जी दा शुकराना कीता। धन गुरु नानक देव महाराज जी, अज तू रोटी बख्शिश कीती, इस रोटी दे विचों अज लोड़वंद भेज दिता, लोड़वंद भी तेरे खजानिਆਂ विचों छक के तृप्त होके गया, तेरा कोट कोट शुकराना। जदों ਇਹ बोल सुने भाई लैणा जी दरवाजा खोल के अंदर आ गए, अखां दे विचों अथरू ने, कहन लगे, सियां उप्पल जिस सुख दी मैं बात तेरे बाबे नानक दी बाणी विचों सुनी सी, ਉਹ सुख तेरे किरदार विचों, तेरे परिवार विचों अज मैं वेख लिया। कहंदे ਇਹੋ ਜਿਹਾ जीवन ਇਹ कित्थों माणिया? ही कहण लगे, गुरु नानक देव जी की सिੱਖਿਆ विचों प्राप्त कीता है। आस बज गई भी आ सुख है, ਜਿਹੜੇ सुख की गल भी इन्नी गरीबी होने के बावजूद भी जे कोई वध लभ पावे तो वह भी कढ़वा दिंदा है। जे उस बनी हुए प्रशादे विचों जिहदे नाल अपनी भी तृप्ति नहीं हो सकती, कोई लोड़वंद आ जाता है तो उन्होंने भी रब रूप होकर छका के रब का शुकराना करता है। तो पति पत्नी विच इन्ना प्यार है। तो आ सुख वेख के भाई लैणा जी गुरु नानक के चरणों के भोरे बन गए। वो दुबदा सी भी ऐरकी जत्थे नूं नाल लैके देवी माता दे जावां कि ना जावां, जावां कि ना जावां। आखिर जत्था लैके पहुंचे ने, जदों करतारपुर दे कोल पहुंचे ना, एक रस्ता करतारपुर नूं जांदा, एक वैष्णो देवी वल जांदा है। अपने जत्थे दे लोकां नूं कहिंदे, मैनूं माफ कर दिओ जे अज मैं किते होर जाना चाहुंदा, जे मेरे नाल तुहाडे विचों कोई जाना चाहुंदा जी सदके जा सकदा है। अज तुसीं अपना कोई मुखी विचों चुन लवो, अज तुसीं आप जाओ माता वैष्णो दे, अज मैं किते होर जाना चाहुंदा। ते जत्थे वालियां ने भी कोई बहुते सवाल नहीं कीते, कहण लगे तुहाडी मर्जी है, जिथे तुसीं जाना चाहुंदे हो जाओ, असीं ते जिथे जाना है उत्थे ही जावांगे। भाई लैणा जी वो जत्था रवाना हो गया। भाई लैणा जी अपनी घोड़ी ते अड्डी दे के करतारपुर अजे कदी गए नहीं सी, ते ना अपनी घोड़ी नूं मोड़िया उस पासे, पर ख्याल आया मैं इस नगर विच कदी गया नहीं ते मैनूं घर दा भी पता नहीं, क्यों ना चंगा होवे किसी कोल पुछ लवां। उत्थे रस्ते दे किनारे ते ही खेत सी, ते खेत दे विच कुछ कामे लगे हुए सन, किरती लगे हुए सन। उन्हां दे विचों एक बजुर्ग नाल ही रस्ते ते घाह खोतरदा पिया है। कहण लगे बहुतियां नूं डिस्टर्ब की करना है, आ बजुर्ग इहनूं पता होवेगा, इत्थों दे लागले पिंड विच रहण वाला होवेगा, इहदे कोल ही पुछ लैंदे आ बाबे नानक दा घर। उस बजुर्ग नूं पुछिया, बाबा मैं गुरु नानक देव जी दे घर जाना है, तुहानूं रस्ते दा पता है, मैनूं रस्ता दस दिओगे? ते वो बजुर्ग बाबा कहंदा केवल रस्ता पुछना है जां जाना है? कह लगे मैं समझिया नहीं, रस्ता पुछना है जां जाना है? कह लगे मैं ते जाना चाहुंदा। कह लगे कुछ बंदे आउंदे ने केवल रस्ता ही पुछदे ने, तुरदे नहीं। भाई गुरदास जी ने वचन कहने, पूछत पतत ते मार्ग न तरै भग, प्रीतम के देश कैसे बातन कह जाइए। जपजी साहिब रस्ता है, आसा दी वार रस्ता है, रोज सुनते रोज पढ़ते, सोदर दी बाणी रस्ता है, सुखमनी साहिब रस्ता है,
रोज रस्ता पुछदे गुरु महाराज जी दे कोलों पर तुरदे नहीं। रोज रस्ता पुछदे तुरदे नहीं। कहन लगे रस्ता पुछना है ते रस्ते ते चलना है जाना है। कहन लगे मैं जी जाना चाहुंदा। कहन लगे जे जाना चाहुंदे मैं रस्ता भी बड़ी ईमानदारी नाल दसदा। उस बजुर्ग ने आखिया मैं रस्ता दसण दे विच कोई कोताही नहीं वरतदा, बड़ी ईमानदारी नाल दसदा वां। जे तुसीं वास्तव दे विच जाना चाहुंदे हो ते मैं फिर तुहानूं छड्ड के ही आउणा वां, तुसीं फिर भड़क सकदे हो। कहन लगे आ घोड़े ते तुसीं सवार हो, लगाम मैनूं पकड़ा दिओ, मैं सिद्धा बाबे नानक दे घर ही तुहानूं छड्ड के आउणा। भाई लैणा जी घोड़े ते वो बजुर्ग ने लगामां पकड़ियां घोड़े दियां ते गुरु नानक देव जी दे सिद्धा घर विच ले आए। कहन लगे नौजवाना 28 सालां दा है उस समय बाबा लैणा, 28 सालां दा। कहन लगे नौजवाना उदों गुरु नानक देव महाराज की उम्र 63 साल है, ये भी ध्यान रखियो। 63 साल गुरु नानक देव महाराज जी की उम्र ते 28 सालां दा बाबा लैणा घोड़ी ते सवार होकर उस बजुर्ग ने वो लगामां पकड़ियां ने। कहन लगे बाबा नानक तेनू अंदर संघासन ते बैठा होया मिलेगा, तू पहला हाथ मुँह धोला क्योंकि सफर करदा आया है। वो सामने रोके उत्थे घोड़ा बन दे, हाथ मुँह धो के अंदर आ जाए। इन्ने चिर नूं घोड़ा बनिया, हाथ मुँह धो के जदों धर्मशाला दा बूहा उहदे कोल आए, बूहे दे कोल ते बड़े प्यार दे नाल आए, बड़ी खुशी नाल आए। पर जदों बूहे दे कोल दरवाजे दे कोल आए 4 कदम अगे पुट्टने औखे हो गए। ते उत्थे पुछदे ने, बैठी संगत नूं पुछदे ने बाबा नानक आए बाबा नानक। कहन लगे आई है बाबा नानक। ते हंझू ने अखां दे विचों ते पछतावा है, कदम अगे नहीं पुट्टे जा रहे। गुरु नानक देव महाराज जी सीधे संघासन ते बैठे वेख रहे ने कि अखां दे विचों अथरू ने ते अगे नहीं आ रहे। कहन लगे अगे आ जा, अगे आ जाओ भाई। कहन लगे बड़ा वड्डा पाप हो गया, मैं किहड़े कदमां नाल अगे आवां। कहन लगे किहड़ा पाप होया है। कहन लगे मैं जिस नूं गुरु धारण करन वास्ते आया, जिस दा सिख बनन वास्ते आया, उस नूं घोड़े दीयां लगामां पकड़ाइयां, आप घोड़े ते सवार होके आया ते उन्होंने पैदल तुरा के लैके आया। बड़ा वड्डा मैं पाप कीता है। ते गुरु नानक देव महाराज जी कहंदे पुरखा तू घोड़े ते सवार होके आया है ते घोड़ा तेरा तां इत्थों तक पहुंचिया है क्योंकि घोड़े नूं तू साडू घोड़े दीयां लगामां तू सानू पकड़ाइयां सन। कहन लगे मैनू तू घोड़े दीयां लगामां पकड़ाइयां ते गुरु दे दर तक पहुंच गया है। जे गुरु नूं तू अपने मन रूपी घोड़े दीयां लगामां पकड़ा देगा, तेनू मैं गुरु खुदा तक पहुंचा देगा, तेनू निरंकार तक पहुंचा देवेगा। सच जाणियो साडा शरीर घोड़ा है। आपां पढ़दे आ ना अलाण बाणी दे विचों, अलाणियां दी पावन बाणी विचों दे घोड़ियां दी पावन बाणी दे विचों दे तेजन जी हर राम उपाया। राम शरीर रूपी घोड़ा है। जिन्हां ने इस शरीर रूपी घोड़े दीयां लगामां गुरु नूं पकड़ा दित्तियां, वो गुरु दे सिख बन गए, गुरु दा रूप हो गए। जिन्हां ने अपने इस शरीर रूपी घोड़े दीयां मन रूपी घोड़े दीयां लगामां गुरु नूं नहीं पकड़ाइयां, वो गुरु नूं मत्था टेकदे होए भी केसां दी बेदबी करी जांदे, नशे पीवी जांदे, मनमत करी जांदे, दुरमत दे विच विकारां दे विच खचत ने। गुरमतिए फिर भी नहीं बन सके, सेवा भी करते ने, परिक्रमा भी करते ने, मत्थे भी टेकते ने, क्योंकि अपने मन रूपी शरीर रूपी घोड़े दीयां लगामां गुरु नूं नहीं पकड़ा सके। कहन लगे बहुता सोच ना, चिंता ना कर, घोड़े दीयां लगामां पकड़ाइयां ही गुरु तक पहुंच गया है। ते जे गुरु नूं मन रूपी घोड़े दीयां लगामां पकड़ा देवेगा, गुरु तेनूं निरंकार दे घर पहुंचा देवेगा। कहन लगे तेरा नाम की है। कहन लगे मेरा नाम लैना है। कहन लगे जे लैना है ते मैं कुछ देना है, तू कुछ लैना है। तू कुछ लैण वास्ते आया ते मैं देण वास्ते तैयार बैठा वां, पर देण तो पहला तेनू योग बनना पवेगा। सच जानियो 7 साल तक वो योग्यता हासिल करते रहे, योग बनने की कोशिश करते रहे। भाई लैणा जी ने अपने मन रूपी इस घोड़े दीयां लगामां गुरु नानक नूं सौंप दित्तियां सन।
ਜੇ ਉਹ ਲਗਾਮਾਂ ਨਾ ਸੌਂਪੀਆਂ ਹੁੰਦੀਆਂ ਤੇ ਅੱਧੀ ਰਾਤ ਨੂੰ ਗੁਰੂ ਨਾਨਕ ਕਹਿ ਰਿਹਾ ਹੈ ਵੀ ਕੱਪੜੇ ਧੋਵੋ। ਪੁੱਤਰਾਂ ਨੇ ਤੇ ਕਹਿ ਦਿੱਤਾ ਸੀ ਐਡੀ ਕਿਹੜੀ ਕਾਹਲੀ ਹੈ, ਕੱਪੜੇ ਹੁਣੇ ਪਾਉਣੇ ਆ ਤੁਸੀਂ, ਸਵੇਰੇ ਉੱਠ ਕੇ ਧੋਤੇ ਜਾਣਗੇ। ਜੇ ਸਾਡੇ ਕੋਲ ਹੀ ਧਵਾਣੇ, ਪਹਿਲੀ ਗੱਲ ਤੇ ਤੁੱਕ ਹੀ ਨਹੀਂ ਬਣਦੀ ਪਿਤਾ ਜੀ। ਇੰਨੇ ਸੇਵਕ, ਇੰਨੇ ਚੌਰ ਬਰਦਾਰ, ਇੰਨੇ ਆਲੇ ਦੁਆਲੇ ਤੁਹਾਡੇ ਮਰੀਦ, ਤੇ ਪੁੱਤਰਾਂ ਨੂੰ ਤੁਸੀਂ ਇਹ ਕੰਮ ਕਹਿ ਰਹੇ ਹੋ। ਉਹ ਕੰਮ ਸਮਝਦੇ ਸਨ, ਕੱਪੜੇ ਧੋਣ ਦਾ ਕੰਮ। ਤੁਸੀਂ ਸਾਨੂੰ ਕਹਿ ਰਹੇ ਹੋ ਵੀ ਅੱਧੀ ਰਾਤ ਨੂੰ ਸਵੇਰੇ ਧੋਤੇ ਜਾਣਗੇ, ਜੇ ਸਾਡੇ ਕੋਲ ਹੀ ਧਵਾਣੇ ਸਵੇਰੇ ਧੋ ਦਿਆਂਗੇ। ਭਾਈ ਲਹਿਣਾ ਜੀ ਨੂੰ ਆਖਿਆ, ਭਾਈ ਲਹਿਣਾ ਜੀ ਨੇ ਮਨ ਦੀਆਂ ਲਗਾਮਾਂ ਗੁਰੂ ਨੂੰ ਪਕੜਾਈਆਂ ਸਨ। ਕੋਈ ਕਿੰਤੂ ਨਹੀਂ, ਕੋਈ ਪਰੰਤੂ ਨਹੀਂ, ਮੇਰੇ ਗੁਰੂ ਦਾ ਹੁਕਮ ਹੈ। ਅੱਧੀ ਰਾਤ ਨੂੰ ਉੱਠ ਕੇ ਕੱਪੜੇ ਧੋਣ ਲੱਗ ਪਏ। ਅੱਧੀ ਰਾਤ ਨੂੰ ਢੱਠੀ ਹੋਈ ਕੰਧ ਉਸਾਰਨੀ ਹੈ, ਮੀਂਹ ਪੈ ਰਿਹਾ ਹੈ, ਤੇ ਉਸ ਪੈਂਦੇ ਹੋਏ ਮੀਂਹ ਦੇ ਵਿੱਚ ਭਾਈ ਲਹਿਣਾ ਜੀ ਨੇ ਕੰਧ ਉਸਾਰਨੀ ਸ਼ੁਰੂ ਕਰ ਦਿੱਤੀ। ਜੇ ਗੁਰੂ ਨੇ ਆਖਿਆ ਵੀ ਆ ਰੁੱਖ ਦੇ ਉੱਤੋਂ ਮਠਿਆਈਆਂ ਝੜਨਗੀਆਂ, ਚੜੋ ਭਾਈ, ਪੁੱਤਰਾਂ ਨੇ ਕਹਿ ਦਿੱਤਾ ਕਮਲਾ ਹੋ ਗਿਆ ਸਾਡਾ ਪਿਓ, ਇਸ ਉਮਰੇ ਆਣ ਕੇ 71 72 77 ਹੋ ਗਿਆ ਹੈ, ਪਰ ਆ ਰੁੱਖਾਂ ਤੋਂ ਵੀ ਮਠਿਆਈਆਂ ਝੜਦੀਆਂ ਨੇ। ਪੁੱਤਰਾਂ ਨੇ ਜਵਾਬ ਦੇ ਦਿੱਤਾ, ਕਿਉਂਕਿ ਭਾਈ ਸਤਿਅ ਜੀ ਤੇ ਬਲਵੰਡ ਜੀ ਨੇ ਆਖਿਆ ਸੱਚ ਜੇ ਗੁਰ ਫਰਮਾਇਆ, ਕਿਉਂ ਏਦੂ ਬੋਲੋਂ ਹਟੀਐ, ਪੁੱਤਰੀ ਕੌਲ ਨਾ ਪਾਲਿਓ। ਜੋ ਗੁਰੂ ਨੇ ਫਰਮਾਇਆ ਭਾਈ ਲਹਿਣਾ ਜੀ ਨਹੀਂ ਹਟਿਆ। ਭਾਈ ਲਹਿਣਾ ਜੀ ਨੇ ਉਸੇ ਵਕਤ ਉਸ ਹੁਕਮ ਦੇ ਉੱਤੇ ਪਹਿਰਾ ਦੇਣ ਵਾਸਤੇ ਤੁਰ ਪਿਆ, ਚੱਲ ਪਿਆ, ਕੋਈ ਕਿੰਤੂ ਪਰੰਤੂ ਨਹੀਂ ਕੀਤਾ। ਅੱਜ ਕੱਲ ਤੇ ਨਹੀਂ ਟਾਲਿਆ, ਗੁਰੂ ਨੇ ਹੁਣੇ ਕਿਹਾ ਤੇ ਹੁਣੇ ਤੁਰ ਪਿਆ। ਆਪਾਂ ਨੂੰ ਵੀ ਹੁਕਮ ਹੁੰਦਾ ਹੈ, ਕਿਤੇ ਸਿੱਖ ਰਾਹੀਂ ਹੁੰਦਾ, ਕਿਸੇ ਗਿਆਨੀ ਰਾਹੀਂ ਹੁੰਦਾ, ਵੀ ਖੰਡੇ ਬਾਟੇ ਦੀ ਪੌੜ ਛਕ ਲਓ, ਵੀ ਗੁਰੂ ਵਾਲੇ ਬਣ ਜਾਓ। ਆਪਾਂ ਕਿੰਨੇ ਬਹਾਨੇ ਬਣਾਉਂਦੇ। ਕੋਈ ਕਹਿੰਦਾ ਜੀ ਮਨ ਸੁੱਚਾ ਹੋਣਾ ਚਾਹੀਦਾ, ਮਨ ਸਾਫ਼ ਹੋਣਾ ਚਾਹੀਦਾ। ਕੋਈ ਇਹ ਕਹਿੰਦਾ ਵੀ 5 ਕਕਾਰੀ ਵਰਦੀ ਪਹਿਨ ਦੇ ਨਾਲ ਇਹ ਅੰਮ੍ਰਿਤ, ਇਹ ਪੌੜ ਛਕਣ ਦੇ ਨਾਲ ਜ਼ਿਆਦਾ ਸਿੱਖ ਬਣ ਜਾਈਦਾ। ਅੰਦਰ ਦੀ ਸੁਚਮਤਾ ਹੋਣੀ ਚਾਹੀਦੀ ਹੈ, ਮਨ ਸੁੱਚਾ ਹੋਣਾ ਚਾਹੀਦਾ ਹੈ। ਮੈਂ ਕਹਿੰਦਾ ਗੁਰੂ ਗੋਬਿੰਦ ਸਿੰਘ ਜੀ ਦੇ ਨਾਲੋਂ ਤੁਹਾਡਾ ਜ਼ਿਆਦਾ ਮਨ ਸੁੱਚਾ, ਜਿਨ੍ਹਾਂ ਆਪਣੇ ਹੱਥੀਂ 5 ਪਿਆਰਿਆਂ ਨੂੰ ਖੰਡੇ ਬਾਟੇ ਦੀ ਪੌੜ ਦੇ ਕੇ ਬਾਅਦ ਵਿੱਚ ਉਹਨਾਂ 5 ਪਿਆਰਿਆਂ ਨੂੰ ਆਖਿਆ ਸੀ ਵੀ ਜਿਵੇਂ ਮੇਰੇ ਕੋਲੋਂ ਤੁਸੀਂ ਦਾਤ ਲਈ ਖੰਡੇ ਬਾਟੇ ਦੀ ਪੌੜ ਲੈ ਕਰਕੇ ਦਇਆ ਰਾਮ ਤੋਂ ਦਇਆ ਸਿੰਘ, ਧਰਮ ਚੰਦ ਤੋਂ ਧਰਮ ਸਿੰਘ ਬਣੇ ਹੋ, ਇਵੇਂ ਹੀ ਗੋਬਿੰਦ ਰਾਏ ਨੂੰ ਅੰਮ੍ਰਿਤ ਦੀ ਦਾਤ ਦੇ ਕੇ ਗੋਬਿੰਦ ਸਿੰਘ ਬਣਾ ਦਿਓ। ਗੁਰੂ ਗੋਬਿੰਦ ਸਿੰਘ ਜੀ ਦੇ ਨਾਲੋਂ ਤੁਹਾਡਾ ਮਨ ਜ਼ਿਆਦਾ ਸੁੱਚਾ। ਮੈਂ ਕਹਿੰਦਾ ਮਨ ਦੇ ਵਿੱਚ ਬੜਾ ਵੱਡਾ ਪਾਪ ਹੈ ਜੇ ਬੰਦਾ ਕਹਿ ਰਿਹਾ ਹੈ ਅਜੇ ਨਹੀਂ ਛਕਣਾ, ਕਿਉਂਕਿ ਅੰਮ੍ਰਿਤ ਛਕਣਾ ਇੱਕ ਪ੍ਰਣ ਹੈ। ਗੁਰੂ ਨੂੰ ਸਮਰਪਿਤ ਹੋਣ ਤੇ ਗੁਰੂ ਦੀ ਆਗਿਆ ਤੇ ਰਹਿਤਾਂ ਬਹਿਤਾਂ ਦੇ ਵਿੱਚ ਜੀਵਨ ਬਿਤਾਉਣ ਦਾ ਪ੍ਰਣ ਕਰਨਾ ਹੈ। ਉਹ ਪ੍ਰਣ ਮਨੁੱਖ ਪਾਲ ਕੇ ਰਾਜੀ ਨਹੀਂ। ਇੱਥੇ ਜੀ ਹੁਣ ਕੇਸਾਂ ਨੂੰ ਸਾਬਰ ਸੂਰਤ ਰੱਖਣਾ ਪਵੇਗਾ, ਇੱਥੇ ਜੀ 4 ਕੁਰੈਤਾਂ ਤੋਂ ਆਪਣੇ ਆਪ ਨੂੰ ਬਚਾਉਣਾ ਪਵੇਗਾ, ਇੱਥੇ ਜੀ ਗੁਰੂ ਦਾ ਸਿੱਖ ਤੇ ਕਿਸੇ ਦਾ ਹੱਕ ਨਹੀਂ ਮਾਰਦਾ, ਕਿਸੇ ਨਾਲ ਬੇਈਮਾਨੀ ਨਹੀਂ ਕਰਦਾ, ਝੂਠ ਨਹੀਂ ਬੋਲਦਾ। ਉਹ ਤੇ ਮੇਰੇ ਕਿੱਤੇ ਵਿੱਚ ਸਾਰਾ ਕੁਝ ਚੱਲ ਰਿਹਾ। ਇਸ ਕਰਕੇ ਬੰਦਾ ਅੰਮ੍ਰਿਤ ਨਹੀਂ ਛਕਣਾ ਚਾਹੁੰਦਾ, ਮਨ ਦੇ ਅੰਦਰ ਖੋਟ ਹੈ ਤੇ ਬਹਾਨੇਬਾਜ਼ੀ ਬਣਾਉਂਦਾ। ਭਾਈ ਲਹਿਣਾ ਜੀ ਨੇ ਕਦੇ ਬਹਾਨੇਬਾਜ਼ੀ ਨਹੀਂ ਸੀ ਬਣਾਈ। ਤੇ ਇੱਥੇ ਭਾਈ ਸੱਤਾ ਤੇ ਭਾਈ ਬਲਵੰਡ ਜੀ ਕਹਿ ਰਹੇ ਸੱਚ ਜੇ ਗੁਰ ਫਰਮਾਇਆ, ਕਿਉਂ ਏਦੂ ਬੋਲੋਂ ਹਟੀਐ, ਪੁੱਤਰੀ ਕੌਲ ਨਾ ਪਾਲਿਓ, ਕਰ ਪੀਰੋ ਕੰਨ ਮੁਰਟੀਏ। ਪੁੱਤਰਾਂ ਨੂੰ ਵੀ ਹੁਕਮ ਦਿੱਤਾ ਜਾਂਦਾ ਸੀ, ਭਲਕੇ ਇਹ ਨਾ ਕੋਈ ਕਵੇ ਕਿ ਪੁੱਤਰਾਂ ਨੂੰ ਪਾਸੇ ਕਰ ਦਿੱਤਾ, ਉਹਨਾਂ ਨੂੰ ਗੁਰਗੱਦੀ ਨਹੀਂ ਦਿੱਤੀ। ਭਾਈ ਲਹਿਣਾ ਜੀ ਦੂਜੇ ਪਿੰਡ ਵਿੱਚੋਂ, ਦੂਜੀ ਕੁੱਲ ਵਿੱਚੋਂ ਆਇਆ ਤੇ ਗੱਦੀ ਦਾ ਮਾਲਕ ਬਣਾ ਦਿੱਤਾ। ਬਖੇੜਾ ਪਾਇਆ ਸੀ, ਲੜਾਈ ਪਾਈ ਸੀ ਬੇਦੀ ਕੁੱਲ ਵਾਲਿਆਂ ਨੇ, ਪਰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿਸੇ ਪ੍ਰਕਾਰ ਦਾ ਕੋਈ ਵਿਤਕਰਾ ਭਲਕੇ ਇਹ ਨਾ ਸਾਬਤ ਹੋਵੇ, ਕੋਈ ਸ਼ੰਕਾ ਨਾ ਰਵੇ, ਪਹਿਲਾਂ ਪੁੱਤਰਾਂ ਨੂੰ ਹੁਕਮ ਦਿੰਦੇ ਸਨ। ਕਹਿੰਦੇ ਨੇ ਪੁੱਤਰੀ ਕੌਲ ਨਾ ਪਾਲਿਓ, ਕਰ ਪੀਰੋ ਕੰਨ ਮੁਰਟੀਐ, ਦਿਲ ਖੋਟੇ ਆਕੀ ਫਿਰਨ ਬੰਨ ਭਾਰ ਉਚਾਈ ਨ ਛਟੀਏ। ਹੁਕਮ ਕਿਉਂ ਨਹੀਂ ਮੰਨਿਆ ਜਾਂਦਾ ਗੁਰੂ ਦਾ? ਕਿਉਂਕਿ ਦਿਲ ਵਿੱਚ ਖੋਟ ਹੈ। ਮਨ ਵਿੱਚ ਖੋਟ ਹੋਵੇ, ਗੁਰੂ ਦੀ ਸਿੱਖੀ ਨੂੰ ਨਹੀਂ ਜੇ ਕਮਾਇਆ ਜਾ ਸਕਦਾ, ਗੁਰੂ ਦੇ ਹੁਕਮਾਂ ਨੂੰ ਨਹੀਂ ਜੇ
अपना करके जिंदगी जोई जा सकती, क्योंकि खोट है, खोटा मन गुरु नूं मन के राजी नहीं होंदा। ते कहंदे ने दिल खोटे आकी, हुक्म वल्लों आकी ने, फिर न बन भार उचायन छटिए। हंकार है असीं ते गुरु नानक दे पोतां, सानूं ते गद्दी मिलनी मिलनी है, असीं ते पोता, सानूं क्यों सेवा करनी पवे मुरीदां वांगू, ये नौकरां वांगू। आ जिहड़े नीच कर्म ने इन्हां नूं गुरु सेवा कह रहा है, पिता साडा सेवा का नाम दिंदा, ये नीवें कर्म करने पैण। भाई लैणा जी ने कोई काम नीवा नहीं समझे। एक छोटी जी होर गाथा कह दें, धर्मशाला दे विचों अज ना एकाग्रता भंग हो रही है, बड़ी गंदी स्मैल आ रही है, बड़ी गंदी स्मैल आ रही। गुरु नानक देव महाराज जी ने पुत्रां नूं भी आख्या ते सिखां नूं भी आख्या भी चंगी तरह साफ सफाई करो, स्मैल बड़ी आ रही है, एकाग्रता भंग हुंदी है, दीवान दे विच मन नहीं जुड़दा पिया। इत्थे भी थोड़ी जी स्मैल आउणी शुरू हो जाए, कथा कीर्तन दे विच मन नहीं जुड़ेगा। स्मैल बड़ी भैड़ी, जिवें कोई जानवर मरिया होवे। गुरु जी ने आख्या साफ सफाई करो चंगी तरह, भी स्मैल दूर होवे। ते ओ जी सिखां ने पुत्रां ने सारियां ने चादरां चूदरां झाड़ियां, साफ सफाई कीती, अगरबत्ती भी लगा दी, चलो दूजी खुशबू जिहड़ी है वो फैल जावे, स्मैल बंद हो जाए। वो जदों दीवान लग्या, शाम का दीवान शुरू होया, जिन्ना चिर अगरबत्ती की महक रही उन्ना चिर वो स्मैल नहीं आई। जदों अगरबत्ती बंद हो गई, स्मैल फिर आनी शुरू हो गई। गुरु जी ने फिर सिखां पुत्रां नूं आख्या, उन्होंने फिर साफ सफाई कर दी, झाड़ चूड़ के फिर अगरबत्ती जगा दी। ते गुरमुखो जिन्ना चिर अगरबत्ती जगदी रही, स्मैल अगरबत्ती की आउंदी रही, ते वो स्मैल ना आई। जदों अगरबत्ती बंद हो गई, फिर स्मैल आ गई। इस तरह 3 दिन चलता रहा। ते जदों 3 दिन वो बदबू ना हटी, सगों वधदी गई। भाई लैणा जी नूं आवाज़ मारी, क्योंकि गुरु के हुक्म नूं बुझना भी जिहड़ा सिख बुझ लैंदा है ना, वो गुरु का रूप हो जाता है। बाकी बुझ नहीं सी रहे, बाकी केवल उपरी उपरी कार कर रहे सन, बुझ नहीं रहे सन। ते भाई लैणा जी कल्ले ने अज धर्मशाला साफ की, चादरां भी झाड़ियां, सारा कुछ पोचा पाचा लाया। ते हुण शाम नूं जदों दीवान लगा, अज अगरबत्ती नहीं लगाई, अज कोई बो नहीं आई, दीवान की समाप्ति होई। भाई लैणा जी नूं कोल बुला के गुरु नानक देव महाराज जी कहते 3 दिन मेरे पुत्र भी चादरां झाड़ते रहे, कुछ सिखां ने भी नाल लग के सेवा की, पर बो नहीं हटी। अगरबत्ती जगाउण दे बावजूद भी बो आउंदी रही। लैणिया तू किवें सेवा की है, अज क्यों बो हट गई है? भाई लैणा जी कहते सच्चे पातशाह चादरां भी झाड़ियां गईयां, बड़ी ईमानदारी नाल पोचे भी लाए गए, पर किसी ने मरी चूई नहीं सी चुकी। प्रिंसीपल सतबीर सिंह जी नूं पढ़ लेना, बहुत सोहना इतिहास इस ढंग नाल प्रिंसीपल सतबीर सिंह जी ने भी नहीं लिखिया, पर इस ढंग नाल लिखिया है साडे पंथ दे महान विद्वान अमरीक सिंह जी चंडीगढ़ वाले। मैं उन्हां दा अपने आप नूं शागिर्द समझदा वां। उन्होंने जिहड़ी किताब है ना, तुसी 10 गुरु साहिबानां दा इतिहास बलियो, 10 गुरु महाराज जी का इतिहास, उन्हां दी किताब वो कदे पढ़ के वेखना, उहदे विच उन्होंने जिक्र किया है। वो लिखते ने, वो कहते ने, भाई लैणा जी कहते भी सच्चे पातशाह मरी हुई चूही नहीं किसी ने चुकी। वो क्यों नहीं चुकी? कि ये तो कमीन पुरुषों का काम है, नीवी जात वालियां दा काम है। मरे हुए डंगरां नूं, मरे हुए किसी चीज़ नूं चुकना, वो ना सिखां दे विचों कोई हिम्मत कर सकिया, ते ना तुहाडे पुत्रां दे विचों कोई हिम्मत कर सकिया। वो मरी हुई चीज़ उस तरह अंदर धक्की जाती रही, तो वही बदबू सी, होर किसी की बदबू नहीं सी। मैं चुक के वो बाहर सुट दी, तो वो बदबू हट गई। तो गुरु पातशाह जी ने अपनी छाती नाल ला लिया, क्योंकि 63 कुल विचों सन। ऊच नीच जात पात ये वितकरा भी नालों नाल गुरु नानक देव महाराज जी खत्म कर रहे सन।
ਤੇ ਇੱਥੇ ਭਾਈ ਲਹਿਣਾ ਜੀ ਨੇ ਉਹ ਚੂਹੀ ਮਰੀ ਹੋਈ ਧਰਮਸ਼ਾਲਾ ਦੇ ਵਿੱਚੋਂ ਬਾਹਰ ਸੁੱਟੀ ਤੇ ਗੁਰੂ ਨਾਨਕ ਦੇਵ ਜੀ ਦੀ ਨਜ਼ਰਾਂ ਵਿੱਚ ਪ੍ਰਵਾਨ ਹੋਏ। ਤੇ ਇੱਥੇ ਭਾਈ ਸੱਤਾ ਦੇ ਬਲਵੰਡ ਜੀ ਕਹਿੰਦੇ ਪੁੱਤਰੀ ਕੌਲ ਨਾ ਪਾਲਿਓ, ਕਰ ਪੀਰੋ ਕੰਨ ਮੁਰੱਟੀਐ, ਦਿਲ ਖੋਟੇ ਆਕੀ ਫਿਰਨ ਬੰਨ, ਭਾਰ ਉਚਾਇਨ ਛੱਟੀਐ। ਫਿਰ ਅੱਗੇ ਕਹਿੰਦੇ ਨੇ ਸਿੱਖਾਂ ਪੁੱਤਰਾਂ ਘੋਖ ਕੇ ਸਭ ਓਮਤ ਵੇਖੋ, ਜੇ ਕਿਉਂ ਨ ਜਾਂ ਸਦੋਸ ਤਾਂ ਲਹਿਣਾ ਟਕੇ। ਭਾਈ ਲਹਿਣਾ ਜੀ ਹਰ ਇੱਕ ਪ੍ਰੀਖਿਆ ਦੇ ਵਿੱਚੋਂ ਪਾਸ ਹੋਏ ਨੇ। ਜੇ ਗੰਦੇ ਨਾਲੇ ਦੇ ਵਿੱਚੋਂ ਕਟੋਰਾ ਕੱਢਣ ਵਾਸਤੇ ਪੁੱਤਰਾਂ ਨੂੰ ਆਦੇਸ਼ ਦਿੱਤਾ, ਪੁੱਤਰਾਂ ਨੇ ਠੋਕ ਕੇ ਜਵਾਬ ਦਿੱਤਾ, ਪਿਤਾ ਜੀ ਘਰ ਦੇ ਵਿੱਚ ਇੰਨੇ ਕਟੋਰੇ ਨੇ, ਭਾਂਡਿਆਂ ਬਰਤਨਾਂ ਦੀ ਕੋਈ ਕਮੀ ਨਹੀਂ, ਇਸ ਗੰਦੇ ਨਾਲੇ ਦੇ ਵਿੱਚੋਂ ਹੀ ਕਟੋਰਾ ਕੱਢ ਕੇ ਵਰਤਣਾ ਹੈ। ਅਸਲ ਦੇ ਵਿੱਚ ਇਹ ਕਟੋਰਾ ਇੱਕ ਪ੍ਰਤੀਕ ਸੀ, ਵਿਸ਼ੇ ਵਿਕਾਰਾਂ ਦਾ ਚਿੱਕੜ ਹੈ। ਉਸ ਵਿਸ਼ੇ ਵਿਕਾਰਾਂ ਦੇ ਚਿੱਕੜ ਦੇ ਵਿੱਚੋਂ ਮਨ ਰੂਪੀ ਕਟੋਰੇ ਨੂੰ ਕੱਢਣ ਦੀ ਜਾਚ ਗੁਰੂ ਨਾਨਕ ਸਿਖਾ ਰਹੇ ਸਨ। ਗੁਰੂ ਨਾਨਕ ਦੇਵ ਜੀ ਨੇ ਸਿੱਖਾਂ ਨੂੰ ਆਖਿਆ, ਪੁੱਤਰਾਂ ਨੂੰ ਆਖਿਆ, ਨਹੀਂ ਕਿਸੇ ਨੇ ਉਸ ਗੰਦੇ ਨਾਲੇ ਦੇ ਵਿੱਚ ਵੜ ਕੇ ਕਟੋਰਾ ਕੱਢਣ ਦੀ ਹਿੰਮਤ ਕੀਤੀ। ਭਾਈ ਲਹਿਣਾ ਜੀ ਨੂੰ ਆਦੇਸ਼ ਹੋਇਆ, ਆਪਣੇ ਕੱਪੜਿਆਂ ਦੀ ਪਰਵਾਹ ਨਾ ਕੀਤੀ, ਆਪਾਂ ਨੂੰ ਵੀ ਕੋਈ ਸੇਵਾ ਕਰੀਏ ਨਾ। ਕੋਈ ਸੀਮਟ ਦੀ ਗਾਰੇ ਦੀ ਗੁਰੂ ਘਰ ਦੇ ਵਿੱਚ ਜਦੋਂ ਬਿਲਡਿੰਗਾਂ ਬਣਦੀਆਂ ਨੇ, ਪਹਿਲਾਂ ਆਪਣੇ ਕੱਪੜੇ ਵੱਲ ਮੇਰੇ ਵਰਗਾ ਵੇਂਦਾ, ਕਿਤੇ ਕੱਪੜੇ ਮੇਰੇ ਖਰਾਬ ਹੀ ਨਾ ਹੋ ਜਾਣ। ਜੇ ਪਾ ਕੇ ਆਇਆ ਫਿਰ ਤੇ ਕੋਈ ਗੱਲ ਨਹੀਂ, ਸੰਕੋਚ ਕਰਦਾ, ਕੱਪੜਿਆਂ ਵੱਲ ਧਿਆਨ ਰਹਿੰਦਾ, ਸੇਵਾ ਵੱਲ ਧਿਆਨ ਨਹੀਂ ਰਹਿੰਦਾ। ਭਾਈ ਲਹਿਣਾ ਜੀ ਨੇ ਪਰਵਾਹ ਨਹੀਂ ਕੀਤੀ, ਛਾਲ ਮਾਰ ਦਿੱਤੀ, ਕਟੋਰਾ ਕੱਢ ਕੇ ਲਿਆ ਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਵਿਖਾ ਦਿੱਤਾ। ਅਸਲ ਦੇ ਵਿੱਚ ਇਹ ਪੂਰਨੇ ਪਾ ਰਹੇ ਸਨ, ਆਪਣਾ ਮਨ ਰੂਪੀ ਕਟੋਰਾ ਮੋਹ ਰੂਪੀ ਚਿੱਕੜ ਦੇ ਵਿੱਚੋਂ, ਵਿਕਾਰਾਂ ਦੇ ਵਿੱਚੋਂ ਚਿੱਕੜ ਕੱਢਣਾ ਹੈ ਤੇ ਗੁਰੂ ਦੇ ਹੁਕਮ ਨਾਲ ਕੱਢਿਆ ਜਾਣਾ। ਇੱਥੇ ਤੇ ਹਰ ਕੋਈ ਬੰਦਾ ਕਹਿੰਦਾ ਮੇਰਾ ਭਾਂਡਾ, ਮੇਰਾ ਹਿਰਦਾ, ਮੇਰਾ ਜੀਵਨ ਬੜਾ ਸਾਫ਼ ਹੈ। ਸੱਜਣਾ ਤੇਰੇ ਕਹਿਣ ਨਾਲ ਕੀ ਹੋਵੇਗਾ? ਜਿੱਦਣ ਗੁਰੂ ਨੂੰ ਤੇਰਾ ਭਾਂਡਾ ਭਾ ਜਾਏਗਾ, ਸਾਫ਼ ਉਦਣ ਮੰਨਿਆ ਜਾਏਗਾ। ਆਪਾਂ ਪੜ੍ਹਦੇ ਆ ਨਾ, ਭਾਂਡਾ ਅੱਛਾ ਹੋਏ ਜੇ ਤਿਸ ਭਾਵਸੀ। ਭਾਂਡਾ ਅੱਛਾ ਤੇ ਉਹ ਮੰਨਿਆ ਜਾਣਾ ਜਿਹੜਾ ਗੁਰੂ ਨੂੰ ਭਾਏਗਾ, ਜਿਹੜਾ ਗੁਰੂ ਨੂੰ ਚੰਗਾ ਲੱਗੇਗਾ। ਤੇਰੇ ਚੰਗਾ ਕਹਿਣ ਦੇ ਨਾਲ ਭਾਂਡਾ ਅੱਛਾ ਨਹੀਂ ਹੋਏਗਾ। ਭਾਂਡਾ ਅੱਛਾ ਸੋਏ ਜੋ ਤਿਸ ਭਾਵਸੀ, ਭਾਂਡਾ ਆਤਮ ਲੀਨ ਧੋਤਾ ਅੱਛਾ ਨਾ ਹੋਏ ਸੀ। ਇਹ ਹਿਰਦਾ ਰੂਪੀ ਭਾਂਡਾ ਬਾਹਰੋਂ ਤੀਰਥਾਂ ਦੇ ਇਸ਼ਨਾਨ ਕੀਤੀਆਂ ਧੋਤੀਆਂ ਅੱਛਾ ਨਹੀਂ ਹੁੰਦਾ, ਕਿਉਂਕਿ ਪਾਣੀ ਦੀ, ਤੀਰਥਾਂ ਦਾ ਜਲ, ਉਹਦੀ ਪਹੁੰਚ ਸਰੀਰ ਤੱਕ ਹੈ, ਤਨ ਬੋਡੀ ਤੱਕ ਹੈ। ਮਨ ਰੂਪੀ ਹਿਰਦੇ ਰੂਪੀ ਭਾਂਡੇ ਤੱਕ ਕਹਿੰਦੇ ਨੇ ਪਾਣੀ ਨਹੀਂ ਪਹੁੰਚ ਸਕਦਾ। ਧਾਰਮਿਕ ਗ੍ਰੰਥਾਂ ਦੇ ਬੋਲ, ਗੁਰੂ ਕੀ ਬਾਣੀ ਪਹੁੰਚ ਸਕਦੀ ਹੈ। ਬਾਣੀ ਨੇ ਅੰਦਰ ਦੇ ਭਾਂਡੇ ਨੂੰ ਸਾਫ਼ ਸੁਥਰਾ ਕਰਨਾ, ਪਵਿੱਤਰ ਕਰਨਾ। ਕਹਿੰਦੇ ਭਾਂਡਾ ਅੱਛਾ ਸੋਏ ਜੋ ਤਿਸ ਭਾਵਸੀ, ਭਾਂਡਾ ਆਤਮ ਲੀਨ। ਇਹ ਗੁਰੂ ਨਾਨਕ ਦੇਵ ਜੀ ਦਾ ਸ਼ਬਦ ਹੈ। ਧੋਤਾ ਅੱਛਾ ਨਾ ਹੋਏ ਸੀ, ਕਿਵੇਂ ਅੱਛਾ ਹੋਏਗਾ? ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਏਤ ਦੁਆਰੇ ਧੋਏ ਅੱਛਾ ਹੋਏ ਸੀ। ਭਾਈ ਲਹਿਣਾ ਜੀ ਗੁਰੂ ਦੇ ਦਰ ਤੇ ਰਹਿ ਕੇ 7 ਸਾਲ ਤੱਕ ਆਪਣੇ ਹਿਰਦਾ ਰੂਪੀ ਭਾਂਡੇ ਨੂੰ ਅੱਛਾ ਕਰਨ ਦਾ ਯਤਨ ਕਰ ਰਹੇ ਸਨ, ਸ਼ੁਭ ਕਰਨ ਦਾ ਯਤਨ ਕਰ ਰਹੇ ਸਨ। ਤੇ ਗੁਰਮੁਖੋ ਇਹ ਭਾਂਡਾ ਇਸ ਮੋਹ ਰੂਪੀ ਚਿੱਕੜ ਦੇ ਵਿੱਚੋਂ, ਵਿਕਾਰਾਂ ਦੇ ਗਾਰੇ ਦੇ ਵਿੱਚੋਂ ਕੱਢ ਕੇ ਗੁਰੂ ਨੂੰ ਸੌਂਪਣਾ ਹੈ। ਤੇ ਜਿਹੜਾ ਇਹ ਭਾਂਡਾ ਸਾਫ਼ ਕਰਕੇ ਗੁਰੂ ਦੇ ਹਵਾਲੇ ਕਰ ਦੇਵੇਗਾ, ਉਹ ਗੁਰੂ ਦਾ ਰੂਪ ਹੋ ਜਾਏਗਾ। ਗੁਰੂ ਦੇ ਬਚਨਾਂ ਦੀ ਕਮਾਈ ਕਰਕੇ ਸਾਫ਼ ਹੋਣਾ ਹੈ। ਅਖੀਰਲੀ ਇੱਕ ਪ੍ਰੀਖਿਆ ਭਾਈ ਲਹਿਣਾ ਜੀ ਦੀ ਲਈ ਗਈ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇੱਕ ਵੱਖਰਾ ਜਿਹਾ ਰੂਪ ਧਾਰਨ ਕੀਤਾ। ਲੰਮਾ ਜਿਹਾ ਕੁੜਤਾ ਪਾਇਆ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ। ਉਸ ਕੁੜਤੇ ਦੀਆਂ ਸਾਰੀਆਂ ਜੇਬਾਂ ਸਿੱਕਿਆਂ ਨਾਲ, ਧਨ ਨਾਲ, ਦੌਲਤ ਨਾਲ ਭਰ ਲਈਆਂ। ਇੱਕ ਬੜਾ ਮੋਟਾ ਡੰਡਾ ਹੱਥ ਵਿੱਚ ਪਕੜ ਲਿਆ ਤੇ ਸਾਰੀ ਉਮਤ ਜਿਹੜੀ ਹੈ ਪਿੱਛੇ ਪਿੱਛੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਤੁਰ ਰਹੀ ਹੈ। ਬੜੀ ਜ਼ੋਰ ਦੀ ਧਨ ਦਾ, ਦੌਲਤ ਦਾ ਇੱਕ ਮੁੱਠਾ ਭਰ ਕੇ ਪਿੱਛੇ ਨੂੰ ਸੁੱਟਦੇ ਨੇ। ਕੁਝ ਲੋਕ ਉਸ ਧਨ ਦੌਲਤ ਨੂੰ ਚੁਗਣ ਲੱਗਦੇ ਨੇ। ਜਿਹੜੇ ਲੋਕ ਅੱਗੇ ਵਧਦੇ ਨੇ ਉਸ ਧਨ ਦੌਲਤ ਨੂੰ ਛੱਡ ਕੇ ਕੁੱਤਕਾ ਉਹ ਡੰਡਾ ਬੜੇ ਜ਼ੋਰ ਦੀ ਘੁਮਾਉਂਦੇ ਨੇ, ਕਈਆਂ ਦੇ ਮੱਥੇ ਤੇ ਲੱਗਦਾ ਹੈ। ਹੁਣ ਹੌਲੀ ਹੌਲੀ ਜਦੋਂ ਕੁੱਤਕੇ ਦੀ ਮਾਰ ਵੱਜੀ, ਸਾਰੇ ਛੱਡ ਕੇ ਚਲੇ ਗਏ।
कोई पैसे लेके चलिया गया, कोई परिवार नूं जाके मिल रहा है, दो जाने रह जाते हैं सिर्फ। वो दो जाने कौन ने? एक भाई लैणा ते एक बाबा बुढ़ा जी। बाबा बुढ़ा जी दे भी कुतका वजया, डंडा वजया, ते बाबा बुढ़ा जी नूं कहंदे गुरु नानक देव महाराज जी, तू बुढ़िया तू खैड़ा क्यों नहीं छड्डदा? मेरा की चाहुंदा है, की लेना चाहुंदा है? बाबा बुढ़ा जी ने हाथ जोड़ के आखिया, सच्चे पातशाह इक्को चीज़ मेरी झोली विच पा दिओ भी मैं कदे तेरे तो जुदा ना होवां, तू मेरे तो कदे जुदा ना होवे, मैं तेरे तो कदे ओले ना ओसा, ये कह दिओ। बाबा बुढ़ा जी नूं पता सी बाबे नानक ने ते चोला छड्डना है, ते मेरा चोला अजे 6 गुरुआं तक चलना है, 6 गुरुआं तक चलना है। ते मैं अपने जिस गुरु नानक नूं मैं सुनिया, जिस गुरु नानक नूं मैं देखिया, वो मेरा नानक मेरे अंतिम समय तक मेरे नाल रहे, मैं तेरे तो कदे ओले ना होसा। यही मंग करदा, मैनूं कोई दुनिया की दौलत नहीं हो चाहिदी, मैनूं कोई पदार्थ नहीं हो चाहिदा। जिहड़ा मौत का डर लैके आया सा वो भी तेरी घालना तेरे चरणों में रह के मुका दिता है, मुक गया है। निरभौ जपै सगल भौ मिटै, सारे भौ मिट गए ने, पर तू मेरे अखां तो ओले ना होवे। गुरु नानक देव महाराज जी हस के कहंदे, बुढ़िया जा तेरे तो ओले कदे ना होसां, जदों भी प्रगट करेगा तू ही करेगा। सच जाणिओ, 2 वारी गुरु संगतां तो ओले हुंदा है, एक वारी गुरु अंगद आउंदे ओले हुंदा है। जदों बेदी कुल विचों विरोध कीता जांदा है, बीबी वैराई जी दे घर आके छुप पे बह जांदे ने, बाबा बुढ़ा जी प्रगट करदे। एक वारी बाबा अमरदास जी सन साहब गुरुद्वारे आके छुप जांदे, क्योंकि भाई दादू जी ने लत मारी सी, उदों भी बाबा बुढ़ा जी ने प्रगट किया सी। कहण लगे, जा तेरे तो ओले कदे नहीं होवांगा। भाई लैणे जी नूं कहंदे, तू क्यों नहीं खैड़ा छड्डदा, तू की लैना है? जिवें लोग कोई अपने माँ बाप कोल चलिया गया, कोई धीआं पुत्रां कोल पत्नी कोल चलिया गया, अपने घर चले गया, तू भी चलिया जा अपने घर। तेरी भी दुकानदारी है, तेरे भी बच्चे ने पिछे, दादू ते दासू तेरे पुत्र ने, तेरी पत्नी है कीवी, तेन उड़ीक रही होगी 7 साल हो गए ने तेनों ते घालना घालदियां नूं, जा मेरा खैड़ा छड्ड। ये प्रीखिया सी। भाई लैणा जी कहंदे, किसी ही कोई कोए, सोही राग दे विच उन्हां दा शब्द है, किसी ही कोई कोए मंझ निमाणी एक तू। गुरु नानक किसे दा उड़ीक करन वाला घर दे विच कोई होवेगा, किसी दे बच्चे उड़ीक कर रहे होणगे, किसी दे माँ बाप उड़ीक कर रही होएगी, कर रहे होणगे, मेरा ते तू ही है। मैं तेनू छड्ड के जावां किथे? मैनू ते तेरा हिरदा चाहिदा है, मैं तेरे विच अभेद होना चाहिदा चाहुंदा वां। गुरु नानक देव महाराज जी कहंदे, तेनों मेरे चरनां दा आसरा सी, मैं भी एक शरीर भाल रहा सां, मैं भी एक टिकाणा लभ रहा सां कि मैं भी अपनी जोत टिकाउणी है। ते मैनू कोई योग व्यक्ति मिले, 7 साल तक तू घालना कीती, उस घालना दे विचों तू सफल होया, तू योग बनिया, आ मैं तेरे अंदर अपनी जोत ही टिका दियां। जोत का अर्थ की है? गुरु नानक देव जी ने अपनी आत्मा कढ़ के भाई लैणे जी के अंदर पाई सी। हैं जी, कोई दस सकता है मेरा वीर भैर भरा, केड़ी जोत? जोत का अर्थ है सोच। जोत ओहा जुगत साए शै काया फिर पलटी। आत्मा नहीं सी पाई, आत्मा ते परमात्मा में लीन हुई। ज्योति जोत रली संपूर्ण थिया राम। इत्थे जोत का अर्थ है सोच, सिद्धांत। उस सिद्धांत, उस सोच का मालक भाई लैणा जी बन चुकिया सी। वो जोत, वो जुगत गुरु नानक देव महाराज जी ने भाई लैणा जी को सौंप दी। एक अपना अंग बना दिता, लैणे तो अंगद बना दिता। कहन लगे, अज तो तुसी अंगद हो। कहते, इश्क की भट्टी पे डाल कर जिसने सोना कर दिया, लैणे से अंगद बने, अंगद से खुदा कर दिया। गुरु नानक देव महाराज जी ने अपनी हयाती दे विच जिउंदे जी गुरु महाराज जी ने गुरगद्दी का वारस भाई लैणे जी नूं बनाया। थापिया लैणा जीव दे। भाई गुरदास जी कहते, बैठ खडूरे जोत जगाए।
ਕਹਿੰਦੇ ਆਪਣੇ ਜਿਉਂਦੇ ਜੀ ਭਾਈ ਲਹਿਣਾ ਜੀ ਨੂੰ ਗੁਰਗੱਦੀ ਦਿੱਤੀ ਤੇ ਸੰਗਤ ਹੁਣ ਮੱਥਾ ਟੇਕਣ ਆਉਂਦੀ, ਕਹਿਣ ਲੱਗੇ ਹੁਣ ਇਹ ਜੋਤ ਭਾਈ ਲਹਿਣੇ ਜੀ ਦੇ ਕੋਲ ਨੇ, ਆਪ ਸੰਗਤ ਵਾਂਗੂ ਥੱਲੇ ਬੈਠੇ ਨੇ। ਭਾਈ ਲਹਿਣਾ ਜੀ ਨੂੰ ਸੰਗਤ ਨੂੰ ਭਾਈ ਲਹਿਣਾ ਜੀ ਦੇ ਚਰਨਾਂ ਵਿੱਚ ਝੁਕਾ ਦਿੱਤਾ ਤੇ ਆਪ ਵੀ ਝੁਕੇ ਨੇ, ਗੁਰੂ ਅੰਗਦ ਦੇਵ ਜੀ ਬਣਾ ਦਿੱਤਾ। ਇਹ ਹੈ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਸੰਖੇਪ ਰੂਪ ਦੇ ਵਿੱਚ ਇਤਿਹਾਸ। ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਵਿੱਚੋਂ ਸਾਨੂੰ ਬੜੀ ਵੱਡੀ ਇੱਕ ਸਿੱਖਿਆ ਪ੍ਰਾਪਤ ਹੁੰਦੀ ਹੈ। ਜੇ ਗੁਰੂ ਕੋਲ ਕੁਝ ਲੈਣਾ, ਜੇ ਗੁਰੂ ਦਾ ਰੂਪ ਹੋਣਾ ਤੇ ਗੁਰੂ ਦਾ ਹੁਕਮ ਜੋ ਵੀ ਹੈ ਉਹ ਮੰਨਣਾ ਸ਼ੁਰੂ ਕਰ ਦਿਓ। ਹੁਕਮ ਮੰਨਿਆ ਹੋਵੇ ਪ੍ਰਮਾਣ ਤਾਂ ਕਸਮੇ ਕਾ ਮੈਲ ਪੈਸੀ। ਸਮਾਂ ਕੋਈ ਹੋਵੇ, ਵਕਤ ਕੋਈ ਹੋਵੇ, ਅੱਧੀ ਰਾਤ ਨੂੰ ਗੁਰੂ ਹੁਕਮ ਦਿੰਦਾ ਹੈ ਤੇ ਉਸ ਹੁਕਮ ਤੇ ਪੂਰਨੇ ਪਾਉਣੇ ਸ਼ੁਰੂ ਕਰ ਦਿਓ। ਗੁਰੂ ਦਾ ਜਿਹੜਾ ਰਿਸ਼ਤਾ ਸਿੱਖ ਨਾਲ ਹੁਕਮ ਕਰਕੇ ਹੈ, ਸੋ ਸਿੱਖ ਸਖਾ ਬੰਦ ਪੈ ਭਾਈ। ਜੇ ਗੁਰ ਕੇ ਭਾਣੇ ਵਿੱਚ ਆਵੇ, ਆਪਣੇ ਭਾਣੇ ਜੋ ਚੱਲੇ ਭਾਈ ਵਿਛੁੜ ਝੋਟਾਂ ਖਾਵੇ। ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਸਿੱਖ ਦਾ ਤੇ ਇਹ ਫਰਜ਼ ਹੈ, ਗੁਰਸਿੱਖੀ ਦਾ ਕਰਮ ਇਹ ਜੋ ਗੁਰ ਫਰਮਾਏ ਗੁਰ ਸਿੱਖ ਕਰਨਾ। ਨਾਲੇ ਗੁਰੂ ਅਰਜਨ ਦੇਵ ਜੀ ਕਹਿੰਦੇ ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ, ਮਨ ਮੈਂ ਸਹਿ ਆਪਸ ਕੋ ਕਰ ਕਛ ਨਾ ਜਨਾਵੇ। ਹਰ ਹਰ ਨਾਮ ਹਿਰਦੈ ਸੁਧ ਧਿਆਵੇ, ਮਨ ਵਿਚੈ ਸਤਿਗੁਰ ਕੈ ਪਾਸ ਤੇ ਸੇਵਕ ਕੇ ਕਾਰਜ ਰਾਸ। ਸੇਵਾ ਕਰਤ ਹੋਏ ਨੇ ਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ। ਗੁਰੂ ਦੀ ਆਗਿਆ ਵਿੱਚ ਤੁਰੇਗਾ ਜਿਹੜਾ, ਉਹ ਗੁਰੂ ਕੋਲ ਸਭ ਕੁਝ ਲੈ ਲਵੇਗਾ। ਜਿਨੇ ਗੁਰੂ ਦੀ ਆਗਿਆ ਨਹੀਂ ਮੰਨੀ, ਉਹ ਆਤਮਿਕ ਆਨੰਦ, ਆਤਮਿਕ ਸੁਖ, ਗੁਰੂ ਦੀਆਂ ਬਖਸ਼ਿਸ਼ਾਂ ਤੋਂ ਵਾਂਝਾ ਰਹਿ ਜਾਏਗਾ। ਛੋਟਾ ਜਿਹਾ ਨੁਕਤਾ ਕਹਿ ਕੇ ਮੈਂ ਸਮਾਪਤੀ ਕਰ ਦਿਆਂ। ਮਨੁੱਖ ਦੀ ਜ਼ਿੰਦਗੀ ਵਿੱਚ ਦੋ ਦੌਰ ਆਉਂਦੇ ਨੇ। ਪਹਿਲਾ ਦੌਰ ਆਗਿਆ ਮੰਨਣ ਦਾ ਆਉਂਦਾ ਹੈ। ਵੇਖੋ ਬੱਚਾ 25 ਕੁ ਸਾਲ ਤੱਕ ਆਗਿਆ ਮੰਨਦਾ ਹੈ। ਪਹਿਲਾਂ ਮਾਂ-ਬਾਪ ਦੀ ਆਗਿਆ, ਵੱਡਿਆਂ ਵਡੇਰਿਆਂ ਬਜ਼ੁਰਗਾਂ ਦੀ ਆਗਿਆ, ਫਿਰ ਟੀਚਰਾਂ ਅਧਿਆਪਕਾਂ ਦੀ ਆਗਿਆ। ਜੇ ਉਸ ਬੱਚੇ ਨੇ ਆਗਿਆ ਮੰਨਣ ਦੇ ਉਸ ਪ੍ਰੋਸੀਜਰ ਨੂੰ ਪਾਸ ਕਰ ਲਿਆ, ਮਾਤਾ ਪਿਤਾ ਦੀ ਆਗਿਆ ਮੰਨੀ, ਬਜ਼ੁਰਗਾਂ ਦੀ ਆਗਿਆ ਮੰਨੀ, ਟੀਚਰਾਂ ਦਾ ਕਹਿਣਾ ਮੰਨਿਆ, ਅੱਜ ਉਹ ਪੜ੍ਹਾਈ ਕਰਕੇ ਵਿਦਿਆ ਗਿਆਨ ਲੈ ਕੇ ਆਗਿਆ ਮੰਨ ਕੇ ਇੱਕ ਐਸੇ ਉੱਚੇ ਅਹੁਦੇ ਤੇ ਪਹੁੰਚ ਗਿਆ। ਹੁਣ ਆਗਿਆ ਮਨਵਾਉਣ ਦਾ ਹੱਕਦਾਰ ਬਣ ਗਿਆ। ਹੁਣ ਇੱਕ ਉਹ ਬੱਚਾ ਜਿਹਨੇ ਨਾ ਮਾਂ ਬਾਪ ਦੀ ਆਗਿਆ ਮੰਨੀ, ਨਾ ਬਜ਼ੁਰਗਾਂ ਦੀ ਆਗਿਆ ਮੰਨੀ, ਨਾ ਟੀਚਰਾਂ ਅਧਿਆਪਕਾਂ ਦੀ ਆਗਿਆ ਮੰਨੀ, ਹੁਣ ਉਹ ਆਗਿਆ ਮਨਵਾ ਨਹੀਂ ਕਿਸੇ ਨੂੰ ਸਕਦਾ। ਜਿਹਨੇ ਮਾਂ ਬਾਪ ਦੀ ਆਗਿਆ ਮੰਨੀ, ਟੀਚਰਾਂ ਦੀ ਆਗਿਆ ਮੰਨੀ, ਗੁਰੂ ਦੀ ਆਗਿਆ ਮੰਨੀ, ਇੱਕ ਦਿਨ ਉਹ ਇੱਕ ਐਸੇ ਅਹੁਦੇ ਤੇ ਬੈਠ ਜਾਂਦਾ, ਉਹ ਆਗਿਆ ਮਨਵਾਉਣ ਵਾਲਾ ਬਣ ਜਾਂਦਾ। ਅੱਜ ਗੁਰੂ ਅੰਗਦ ਦੇਵ ਮਹਾਰਾਜ ਜੀ ਹੁਕਮ ਮਨਵਾਉਣ ਵਾਲੇ ਬਣ ਗਏ। ਆਮਿਆਂ ਦੀਖ ਸ਼ੁਭ ਕਰੈ, ਅਗ ਹਰੈ ਸਕਲ ਪਾਪ ਮਲ, ਕਾਮ ਕ੍ਰੋਧ ਅਰ ਲੋਭ ਮੋਹ ਬਸ ਕਰੈ ਸਭੈ ਬਲ। ਸਦਾ ਸੁਖ ਮਨ ਵਸੈ, ਦੁਖ ਸੰਸਾਰੈ ਖੋਵੈ, ਗੁਰ ਨਮ ਨਿਧ ਦਰਿਆਓ, ਜਨਮ ਮਲ ਕਾਲਕ ਧੋਵੈ। ਸੋ ਕਹੋ ਤਦ ਗੁਰ ਸੇਵੀਐ, ਐਨਸ ਸਹਿਜ ਸੁਭਾਏ, ਦਰਸ਼ਨ ਪਰਸੀਏ ਗੁਰੂ ਕੈ, ਜਨਮ ਮਰਨ ਦੁਖ ਜਾਏ। ਜੇ ਚਾਹੁੰਦੇ ਆ ਕਿ ਸਾਡੀ ਆਗਿਆ ਦੇ ਵਿੱਚ ਸਾਡੇ ਬੱਚੇ ਤੁਰਨ, ਲੋਕ ਤੁਰਨ, ਤੇ ਸਾਨੂੰ ਵੀ ਆਪਣੇ ਗੁਰੂ ਦੀ ਆਗਿਆ ਵਿੱਚ ਤੁਰਨਾ ਚਾਹੀਦਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਸਤਿਗੁਰ ਆਗਿਆ ਸਤ ਸਤ ਕਰ ਮਾਨੇ ਸਿੱਖ, ਆਗਿਆ ਤਾਏ ਸਗਲ ਸੰਸਾਰੇ ਹਿਤਾਵਈ। ਜਿਹੜਾ ਸਤਿਗੁਰ ਜੀ ਦੀ ਆਗਿਆ ਸਤ ਸਤ ਕਰਕੇ ਮੰਨਦਾ ਹੈ, ਸਤਿਗੁਰ ਇਸ ਯੋਗ ਨੂੰ ਬਣਾ ਦਿੰਦਾ ਹੈ, ਸਾਰਾ ਸੰਸਾਰ ਉਹਦੀ ਆਗਿਆ ਦਾ ਪਾਲਣ ਕਰਨ ਵਾਲਾ ਬਣ ਜਾਂਦਾ ਹੈ। ਸੋ ਭਾਈ ਲਹਿਣਾ ਤੋਂ ਗੁਰੂ ਅੰਗਦ ਦੇਵ ਜੀ ਬਣੇ। 7 ਸਾਲ ਘਾਲੀ, ਸਿੱਖੀ ਨੂੰ ਸਮਝਿਆ, ਸਿੱਖੀ ਨੂੰ ਜੀਵਨ ਵਿੱਚ ਧਾਰਿਆ, ਗੁਰੂ ਉਪਦੇਸ਼ਾਂ ਦੀ ਕਮਾਈ ਕੀਤੀ, ਗੁਰੂ ਅੰਗਦ ਬਣੇ। ਤੇ ਅੱਜ ਆਪਾਂ ਵੀ ਜੇ ਗੁਰੂ ਦੇ ਸਿੱਖ ਬਣਨਾ, ਪਰਮ ਸੁਖ ਪਰਮ ਆਨੰਦ ਪ੍ਰਾਪਤ ਕਰਨਾ, ਤੇ ਗੁਰੂ ਦੀ ਆਗਿਆ ਵਿੱਚ ਤੁਰਨਾ ਸ਼ੁਰੂ ਕਰ ਦਈਏ ਤਾਂ ਕਿ ਸਾਡਾ ਜੀਵਨ ਸਫਲ ਹੋ ਸਕੇ। ਗੁਰੂ ਅੰਗਦ ਦੇਵ ਜੀ ਦੇ ਜੀਵਨ ਤੋਂ ਸਾਨੂੰ ਮੇਨ ਸਿੱਖਿਆ ਇਹ ਮਿਲਦੀ ਹੈ ਕਿ ਹੁਕਮ ਮੰਨਣਾ ਗੁਰੂ ਦਾ। ਹੁਕਮ ਮੰਨਿਆ ਹੋਵੇ ਪ੍ਰਮਾਣ, ਤੂੰ ਪ੍ਰਮਾਣ ਹੀ ਉਦੋਂ ਹੋ ਸਕੇਗਾ ਜਦੋਂ ਗੁਰੂ ਦਾ ਹੁਕਮ ਮੰਨੇਗਾ। ਸੋ ਐਸੇ ਦੀਨ ਦਿਆਲ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਪੁਰਬ ਆਪਾਂ ਸਾਰੇ ਮਨਾ ਰਹੇ ਹਾਂ। ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ। ਕੋਟਾਨ ਕੋਟ ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਦੀ ਕਿਰਪਾ ਸਦਕਾ ਆਪਾਂ ਜੁੜ ਬੈਠੇ, ਤੇ ਪ੍ਰਬੰਧਕ ਜਨਾਂ ਦਾ ਧੰਨਵਾਦ ਜੋ ਬੜਾ ਪਿਆਰ
ਮੈਨੂੰ ਨਹੀਂ, ਬਹੁਤ ਸਾਰੇ ਜਥਿਆਂ ਨੂੰ, ਜਿੰਨੇ ਵੀ ਇੱਥੇ ਆਉਂਦੇ ਨੇ ਸਾਰਿਆਂ ਨੂੰ, ਭਾਈ ਗੁਰਸ਼ਰਨ ਸਿੰਘ ਜੀ, ਵੀਰ ਗੁਰਸ਼ਰਨ ਸਿੰਘ ਜੀ, ਅਮਰਦੀਪ ਸਿੰਘ ਜੀ, ਇਹ ਸਾਰੇ ਜਿੰਨੇ ਵੀ ਮੇਰੇ ਵੀਰ ਨੇ, ਜੋ ਇਹਨਾਂ ਦਾ ਮੈਨੇਜਮੈਂਟ ਬਹੁਤ ਅਦਬ ਤੇ ਬਹੁਤ ਪਿਆਰ ਸਤਿਕਾਰ ਦਿੰਦੇ, ਇਹਨਾਂ ਸਾਰਿਆਂ ਦਾ ਧੰਨਵਾਦ, ਜੋ ਉਚੇਚੇ ਤੌਰ ਤੇ ਸਾਨੂੰ ਸਮੇਂ-ਸਮੇਂ ਤੇ ਬੁਲਾ ਕੇ ਆਪ ਸੰਗਤਾਂ ਦੇ ਦਰਸ਼ਨ ਕਰਾਉਂਦੇ। ਭੁੱਲ ਗਲਤੀ ਦੀ ਖਿਮਾ ਪ੍ਰਵਾਨੋ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ